बोले सोने हाल सासवी अकाल। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। जप आद सच जुगाद सच है भी सच। नानक होसे भी सच। चकर चहन अर बरन जात अर पात नहन जेहे। रूप रंग अर रेख भेख को कह न सकत केहे। अचल मूरत अनभव प्रकाश अमितोज कहजै। कोट इंद्र इंद्राण साहे साहान गणजै। तरे भवन महीप सुर नर असुर। नेत नेत बन तृण कहत तब सर्ब नाम कथै कवन। करम नाम बरनत सुमत तब सर्ब नाम कथै कवन। करम नाम बरनत सुमत मेरी संगत पोच सोच दिन राति। मेरा कर्म कुटलता जन्म कुभांति। राम गुसैया जी के जीवना मोहे न बिसारो मैं जन तेरा। मेरी हरो विपत जन करहो सुभाई। चरण ना छाडो शरीर कल जाए। कहो रविदास परों तेरी सांभा। बेग मिलो जन कर ना बिलंभा। बेग मिलो जन कर ना बिलंभा। वाहिगुरु जी का खालसा वाहिगुरु जी की फतेह। जुगो जुग अटल सतगुरु शब्द गुरु धन गुरु ग्रंथ साहिब जी महाराज जी की पावन पवित्र हजूरी जुड़ बैठी गुरु की साजी और नवाजी हुई गुरु का खास रूप। गुरु खालसा साध संगत जीओ धनता दे पात्र हो। गुरु चरना विच जुड़ के अपने जीवन का कुछ कीमती समा गुरु लेखे ला के सफला और सकारथा कर रहे। महापुरुष तत्वेता श्रोमणी संत श्रोमणी कथाकार श्रोमणी संत सकालर संत ज्ञानी निरंजन सिंह जी जिन्हां दी ये तपो भूमि है साधना केंद्र है। महापुरुषां दा जन्म दिहाड़ा
ਸਮੂਹ ਗੁਰੂ ਨਾਨਕ ਆਸ਼ਰਮ ਦੀਆਂ ਸੰਗਤਾਂ ਰਲ ਮਿਲ ਕੇ ਬੜੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਮਨਾਉਣਾ ਕਰ ਰਹੀਆਂ ਹਨ। ਗੁਰਮਤਿ ਸਮਾਗਮ ਚੱਲ ਰਹੇ ਨੇ। ਚੱਲ ਰਹੇ ਸਮਾਗਮਾਂ ਵਿੱਚ ਸਤਿਗੁਰਾਂ ਦੀ ਪਾਵਨ ਬਾਣੀ ਦੇ ਕੀਰਤਨ ਕਥਾ ਦੇ ਪ੍ਰਵਾਹ ਚੱਲ ਰਹੇ ਹਨ। ਆ ਜੋ ਦਿਨ ਚੱਲ ਰਹੇ ਨੇ, ਇਹ ਸਭਾ ਦੇ ਦਿਨ ਹਨ। ਕਲਗੀਧਰ ਸਾਹਿਬੇ ਕਮਾਲ, ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਇੱਕ ਗੱਲ ਯਾਦ ਰੱਖਣੀ ਚਾਹੀਏ ਪੂਰੇ ਸੰਸਾਰ ਨੂੰ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨਾ ਹੁੰਦੇ ਤਾਂ ਹਿੰਦੁਸਤਾਨ ਦੇ ਨਕਸ਼ੇ 'ਤੇ ਰਹਿਣ ਵਾਲੇ ਲੋਕਾਂ ਦਾ ਵਰਤਾਰਾ ਕੁਝ ਹੋਰ ਹੁੰਦਾ। ਸੰਸਾਰ ਦੀ ਬਣਤਰ ਹੋਰ ਢੰਗ ਦੀ ਹੋ ਜਾਂਦੀ। ਅੱਜ ਜਿਹੜੀ ਇਹ ਵੰਨ ਸੁਵੰਨਤਾ ਪੂਰੇ ਹਿੰਦੁਸਤਾਨ 'ਚ ਨਜ਼ਰ ਆਉਂਦੀ ਹੈ, ਵੱਖੋ ਵੱਖਰੇ ਧਰਮਾਂ ਦੇ, ਮਤਾਂ ਦੇ, ਮਤਾਂਤਰਾਂ ਦੇ ਬਗੀਚੇ ਖਿੜੇ ਹੋਏ ਨੇ, ਫੁੱਲ ਖਿੜੇ ਹੋਏ ਨੇ, ਤਾਂ ਇਹ ਗੁਰੂ ਨਾਨਕ ਸਾਹਿਬ ਜੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕਰਕੇ ਹੈ। ਨਾ ਕਹੋ ਅਬ ਕੀ ਨਾ ਕਹੋ ਤਬ ਕੀ, ਬਾਤ ਕਹੂੰ ਮੈਂ ਜਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁन्नत ਹੋਤੀ ਸਭ ਕੀ। ਔਰ ਇਹ ਗੱਲ ਸੱਚੀ ਹੈ, ਸੱਚ ਹੈ, ਵਾਸਤਵਿਕਤਾ ਹੈ। ਪੂਰੇ ਹਿੰਦੁਸਤਾਨ ਦੇ ਲੋਕਾਂ ਦਾ ਧਰਮ ਬਦਲਿਆ ਜਾ ਰਿਹਾ ਸੀ। ਕਲਗੀਧਰ ਪਾਤਸ਼ਾਹ ਨੇ ਜਰਵਾਣਿਆਂ ਤੇ ਜ਼ੁਲਮ ਦੇ ਖਿਲਾਫ ਆਪਣੀ ਸ਼੍ਰੀ ਸਾਹਿਬ ਚੁੱਕੀ ਹੈ। ਮਹਾਰਾਜ ਜੀ ਲਿਖਦੇ ਆ ਕਿ ਮੈਂ ਸਿੱਧੀ ਸ਼੍ਰੀ ਸਾਹਿਬ ਨੂੰ ਹੱਥ ਨਹੀਂ ਪਾਇਆ, ਉਦੋਂ ਤੋਂ ਪਹਿਲਾਂ ਹੋਰ ਕਈ ਹਿੱਲੇ ਵਸੀਲੇ ਵਰਤੇ ਨੇ। ਚੂੰਕਾਰ ਅਜ ਹਮ ਹੈ ਹੀਲਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬ ਸ਼ਮਸ਼ੀਰੇ ਦਸਤ। ਜਦੋਂ ਸਾਰੇ ਹਿੱਲੇ ਵਸੀਲੇ ਮੁੱਕ ਗਏ, ਵੇਖਿਆ ਕਿ ਹੁਣ ਕੋਈ ਹਿੱਲਾ ਵਸੀਲਾ ਨਹੀਂ ਚੱਲਦਾ, ਤਾਂ ਫਿਰ ਸ਼੍ਰੀ ਸਾਹਿਬ ਨੂੰ ਹੱਥ ਪਾਉਣਾ ਜ਼ਰੂਰੀ ਸੀ। ਹਲਾਲ ਹੈ, ਇਹ ਸੱਚ ਹੈ। ਪੂਰੀ ਕੁਦਰਤ ਦਾ ਇਹ ਨਿਯਮ ਹੈ। ਕਿਸੇ ਜਾਨਵਰ ਤੇ ਪਸ਼ੂ ਨੂੰ ਵੀ ਕੋਈ ਮਾਰਨ ਪੈਂਦਾ ਨਾ ਬਲੀ, ਉਹ ਵੀ ਆਪਣੇ ਆਪ ਨੂੰ ਬਚਾਉਣ ਲਈ ਅੱਗੋਂ ਯਤਨਸ਼ੀਲ ਹੁੰਦਾ ਹੈ। ਜੇ ਸ਼ੇਰ ਵੀ ਕਿਸੇ ਬੱਕਰੀ 'ਤੇ ਹਮਲਾ ਕਰਦਾ ਤਾਂ ਬੱਕਰੀ ਵੀ ਇੱਕ ਵਾਰੀ ਮੁਕਾਬਲਾ ਜ਼ਰੂਰ ਕਰਦੀ ਹੈ। ਜਦੋਂ ਭੱਜਦਿਆਂ ਨੱਠਦਿਆਂ ਹੰਭ ਜਾਏ, ਸ਼ੇਰ ਦੇ ਕਾਬੂ ਆ ਜਾਏ, ਤੇ ਫਿਰ ਵੀ ਉਹ ਆਪਣੇ ਵੱਲੋਂ ਯਤਨ ਕਰਦੀ ਹੈ ਲੜਨ ਦਾ। ਇਹ ਕੁਦਰਤ ਦਾ ਨਿਯਮ ਹੈ। ਜਦੋਂ ਜ਼ੁਲਮ ਵੱਧਦਾ ਹੈ, ਜ਼ੁਲਮ ਦੀ ਇੰਤਹਾ ਹੁੰਦੀ ਹੈ, ਤਾਂ ਕੁਦਰਤੀ ਤੌਰ 'ਤੇ ਉਸ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਅਵਤਾਰੀ ਪੁਰਸ਼ ਸੰਸਾਰ ਵਿੱਚ ਆਉਂਦੇ ਹੈ। ਅਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਅਵਤਾਰ ਹਨ। ਤਦੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਤਲਵਾਰ ਚੁੱਕੀ ਅਤੇ ਵੈਰੀਆਂ ਦੇ ਜ਼ਾਲਮਾਂ ਨੂੰ ਰੋਕਣ ਵਾਸਤੇ ਯਤਨਸ਼ੀਲ ਹੋਏ ਅਤੇ ਕਾਮਯਾਬ ਵੀ ਰਹੇ। ਆ ਜਿਹੜੇ ਦਿਨ ਚੱਲ ਰਹੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬੱਚਿਆਂ ਦੀ ਸ਼ਹਾਦਤ ਦੇ ਦਿਨ ਹਨ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜ੍ਹੀ ਵਿੱਚ ਲੜ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ। ਮਹਾਰਾਜ ਜੀ ਦੇ 40 ਸਿੰਘ ਜਾਨਾਂ ਹੂਲ ਹੂਲ ਕੇ ਰਣ ਭੂਮੀ ਵਿੱਚ ਲੜੇ ਨੇ। ਇੱਕ ਨਹੀਂ, ਹਜ਼ਾਰਾਂ ਨੂੰ ਮਾਰ ਕੇ, ਸੈਂਕੜੇ ਨਹੀਂ, ਹਜ਼ਾਰਾਂ ਨੂੰ ਮਾਰ ਕੇ ਰਣ ਤੱਤੇ ਵਿੱਚ ਤਿੰਨਾਂ ਯੋਧਿਆਂ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਹੈ। बस एक तीर्थ है हिंद में यात्रा के लिए, कटाए बाप ने बेटे जहाँ खुदा के लिए। हिंदुस्तान विच बड़े तीर्थ ने, पर अगर कोई ऐसा तीर्थ है कि जिथे यात्रा कीती सफल हो सके, तो इक्को एक तीर्थ है पूरे भारत वर्ष विच, और वो तीर्थ है चमकौर साहब की धरती, चमकौर साहब की गढ़ी, जिथे एक पिता ने खुदा दे नमेत अपने पुत्र शहीद करवाए ने। ਜ਼ਰ ਜ਼ੋਰੂ ਤੇ ਜ਼ਮੀਨ ਪਿੱਛੇ ਜੰਗ ਨਹੀਂ ਲੜਿਆ, ਧਰਮ ਦੀ ਬਹਾਲੀ ਲਈ, ਧਰਮ ਬਰਕਰਾਰ ਰਹੇ, ਉਹਦੇ ਵਾਸਤੇ ਪਾਤਸ਼ਾਹ ਨੇ ਜੰਗ ਲੜਿਆ ਹੈ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੋ ਚਮਕੌਰ ਸਾਹਿਬ ਦਾ ਜੰਗ ਲੜਿਆ, ਇੱਕ ਵਿਦਵਾਨ ਕਹਿੰਦਾ ਹੈ, ਕਰਬਲਾ ਕੇ मैदान में वो चमक नहीं है, करबला के मैदान में जो वो चमक नहीं है। फिर कहता कुरुक्षेत्र की धरती में, महाभारत के युद्ध में भी वो चमक नहीं है जो चमक चमकौर की गढ़ी में है। जो चमक चमकौर साहब की जंग विच है ना, वो चमक दुनिया की किसी धरती के जंग दे विच नहीं है। जंग बड़े होए ने, युद्ध बड़े होए ने, पर चमकौर साहब दे जंग दा सानी जंग दुनिया च कोई जंग नहीं। एक पासे 40 सिंह, दूजे पासे वैरी दल 10 लाख तो भी वध गिणती विच आया, ते 40 सिंह उस 10 लाख दे नाल लड़ रहे ने, ते 40 ਸਿੰਘਾਂ ਦੇ ਕਮਾਂਡਰ जगत गुरु गुरु कलगीधर पातशाह जी महाराज जी उन्हां 40 ਨੂੰ ਨਾਲ ਲੈ ਕੇ ਕਹਿ ਰਹੇ ਨੇ, निश्चय कर अपनी जीत करो। इस जंग च असीं जित हासिल करनी है, जित प्राप्त करनी है। वो 40 ਸਿੰਘ ਜਿਹੜੇ ਪਿਛਲੇ ਕਈ ਦਿਨਾਂ ਦੇ ਭੁੱਖੇ ਸੀ, ਪਿਛਲੇ ਕਈ ਦਿਨਾਂ ਤੋਂ ਉਨੀਂਦਰੇ ਸੀ, ਥੱਕੇ ਹੋਏ ਜ਼ਖਮੀ ਹਾਲਤ ਵਿੱਚ ਨੇ, ਉਹਨਾਂ 40 ਸਿੰਘਾਂ ਨੂੰ ਨਾਲ ਲੈ ਕੇ 10 ਲੱਖ ਨਾਲ ਮੁਕਾਬਲਾ ਕਰਦੇ ਨੇ। ਇਹ ਕੇਵਲ ਕਲਗੀਆਂ ਵਾਲੇ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਰ ਸਕਦੇ ਸਨ। ਜਿਸ ਵਕਤ ਸਤਿਗੁਰਾਂ ਦੇ ਦੋਵੇਂ ਲਾਲ ਸ਼ਹੀਦੀਆਂ ਪਾ ਗਏ, 3 ਸਿੰਘਾਂ ਨੂੰ ਨਾਲ ਲੈ ਕੇ ਭਾਈ ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ ਜੀ ਨੂੰ ਸਤਿਗੁਰੂ ਜੀ ਚਮਕੌਰ ਦੀ ਗੜ੍ਹੀ 'ਚੋਂ ਚੱਲੇ ਨੇ। ਸਿੰਘਾਂ ਦੇ ਬਾਰ-ਬਾਰ ਕਹਿਣ 'ਤੇ ਗੜ੍ਹੀ ਛੱਡੀ ਹੈ। ਤਾੜੀ ਮਾਰ ਕੇ ਵੈਰੀ ਨੂੰ ਵੰਗਾਰਦਿਆਂ ਕਿ ਪੀਰੇ ਹਿੰਦ ਮੇ ਰਬਦ, ਜੇ ਤੁਹਾਡੇ 'ਚ ਕਿਸੇ 'ਚ ਤਾਕਤ ਹੈ ਤਾਂ ਆ ਕੇ ਪਕੜ ਲਓ। ਕਲਗੀਆਂ ਵਾਲੇ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਨੂੰ ਨਿਕਲੇ ਨੇ। ਮਾਛੀਵਾੜੇ ਦੇ ਜੰਗਲਾਂ 'ਚ ਆ ਕੇ ਟਿੰਡ ਦਾ ਸਰਾਣਾ ਲਾ ਕੇ ਗੁਰਦੇਵ ਬਿਰਾਜ ਗਏ ਨੇ। ਨਾਲ ਦੇ 3 ਸਿੰਘ ਵੀ ਸਤਿਗੁਰਾਂ ਤੋਂ ਵਿਛੜ ਗਏ ਸਨ। ਫੌਜ ਨਹੀਂ, ਚਰਨਾਂ ਵਿੱਚ ਜੋੜਾ ਨਹੀਂ, ਨਾ ਮਹਾਰਾਜ ਜੀ ਕੋਲ ਸ਼ਾਹੀ ਮਹੱਲ ਨੇ। ਪੁੰਜਿਆਂ ਜ਼ਮੀਨ 'ਤੇ ਪਏ ਨੇ, ਥੱਲੇ ਕੋਈ ਬਿਸਤਰਾ ਤੇ ਆਸਣ ਨਹੀਂ, ਸੀਸ ਥੱਲੇ ਟਿੰਡ ਦਾ ਸਿਰਹਾਣਾ ਹੈ। ਫਿਰ ਵੀ ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਨੂੰ ਉਲਾਂਭਾ ਨਹੀਂ ਦਿੰਦੇ, ਅਕਾਲ ਪੁਰਖ ਨੂੰ ਉਲਾਂਭਾ ਨਹੀਂ ਦਿੰਦੇ, ਸਗੋਂ ਅਕਾਲ ਪੁਰਖ ਦੇ ਸ਼ੁਕਰ 'ਚ ਭਿੱਜੇ ਹੋਏ ਕਹਿੰਦੇ ਨੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ। ਇਹੋ ਜਿਹੀ ਅਵਸਥਾ ਵਿੱਚ ਮੇਰੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਉਸ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਦਾ ਸ਼ੁਕਰ ਕਰ ਰਹੇ ਨੇ, ਵਾਹਿਗੁਰੂ ਦਾ ਵਿਧਾਤੇ ਦਾ ਸ਼ੁਕਰ ਕਰ ਰਹੇ ਨੇ। ਜੇ ਕੋਈ ਜਨ ਸਧਾਰਨ ਵਿਅਕਤੀ ਹੁੰਦਾ ਤਾਂ ਐਸੇ ਆਲਮ ਦੇ ਵਿੱਚੋਂ, ਐਸੇ ਸਮੇਂ ਵਿੱਚੋਂ ਗੁਜ਼ਰਦਾ ਤੇ ਉਹ ਪਾਗਲ ਤੇ ਫਾਵਾ ਹੋ ਜਾਂਦਾ, ਜਿਹਦੇ ਕੋਲ ਨਾ ਮਹਿਲ ਰਹਿਣ, ਨਾ ਫੌਜਾਂ ਰਹਿਣ। ਇਹ ਕੇਵਲ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿ ਫਿਰ ਵੀ ਅੰਦਰ ਇਤਨਾ ਬੁਲੰਦ ਹੌਸਲਾ ਹੈ ਤੇ ਨਿਰੰਕਾਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸ਼ੁਕਰ ਦੇ ਰੰਗ ਵਿੱਚ ਰੰਗੇ ਹੋਏ ਨੇ। ਇਸ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਦਾ ਸਾਨੀ ਦੁਨੀਆ 'ਚ ਕੋਈ ਨਹੀਂ, ਨਾ ਪਹਿਲਾਂ, ਨਾ ਹੁਣ ਤੇ ਨਾ ਹੀ ਆਉਣ ਵਾਲੇ ਸਮੇਂ 'ਚ ਹੋਵੇਗਾ। ਉਧਰ ਕਲਗੀਆਂ ਵਾਲੇ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਵਿੱਚ ਨੇ, ਇੱਧਰ ਗੁਰੂ ਪਾਤਸ਼ਾਹ ਦੇ ਛੋਟੇ ਲਾਲ। ਅੱਜ 25 ਤਰੀਕ ਹੈ। ਅੱਜ ਦੇ ਦਿਨ ਸਤਿਗੁਰਾਂ ਦੇ ਲਾਲਾਂ ਦਾ ਪਹਿਲਾ ਦਿਨ ਸੀ ਪੇਸ਼ੀ ਦਾ, ਸੂਬੇ ਸਰਹੰਦ ਦੀ ਕਚਹਿਰੀ ਵਿੱਚ। ਖਾਲਸਾ ਜੀ, ਬਹੁਤ ਸਾਰੀ ਦੁਨੀਆ, ਬਹੁਤ ਸਾਰੇ ਲੋਕ ਅੱਜ ਦੇ ਦਿਨ ਨੂੰ ਬੜੇ ਉਤਸ਼ਾਹ ਦੇ ਨਾਲ, ਹੋਰ ਕਈ ਤਰੀਕਿਆਂ ਦੇ ਢੰਗ ਨਾਲ ਮਨਾਉਂਦੇ ਹੈ ਔਰ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹੈ।
ਜਿਨ੍ਹਾਂ ਦਾ ਤਿਉਹਾਰ ਉਹਨਾਂ ਨੂੰ ਮੁਬਾਰਕ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜੇ ਗੁਰੂ ਕੇ ਸਿੱਖਾਂ ਲਈ ਅੱਜ ਦਾ ਇਹ ਦਿਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ ਹੈ। ਉਹਨਾਂ ਦੀ ਪਹਿਲੀ ਪੇਸ਼ੀ ਦਾ ਦਿਨ ਹੈ। ਗੁਰੂ ਕੇ ਸਿੱਖ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੂੰ ਚੇਤੇ ਕਰਦੇ ਹੈ। ਸਾਡਿਆਂ ਸਕੂਲਾਂ ਦੇ ਵਿੱਚ ਅੱਜ ਦੇ ਦਿਨ ਬੱਚਿਆਂ ਨੂੰ ਉਹ ਬਨਾਵਟੀ ਜਿਹਾ ਦਾੜਾ ਲਾ ਕੇ ਸਿਰ ਦੇ ਉੱਤੇ ਟੋਪੀ ਵਗੈਰਾ ਪਾ ਕੇ ਉੱਦਾਂ ਦਾ ਰੂਪ ਬਣਾ ਕੇ ਸਾਡੇ ਬੱਚਿਆਂ ਨੂੰ ਜਾਣ ਬੁੱਝ ਕੇ ਉੱਧਰਲੇ ਪਾਸੇ ਧੱਕਿਆ ਜਾ ਰਿਹਾ ਹੈ, ਜੋ ਯੋਗ ਨਹੀਂ ਹੈ। ਇਹਦੇ ਲਈ ਗੁਰਸਿੱਖਾਂ ਨੂੰ, ਬੱਚਿਆਂ ਦੇ ਮਾਂ-ਬਾਪ ਨੂੰ ਸੁਚੇਤ ਹੋਣਾ ਚਾਹੀਦਾ ਹੈ। ਜੇ ਬੱਚਿਆਂ ਨੂੰ ਸਜਾ ਕੇ ਅੱਜ ਦੇ ਦਿਨ ਭੇਜਣਾ ਕਿਸੇ ਤਰ੍ਹਾਂ ਦੀ ਕੋਈ ਵਰਦੀ ਪਾ ਕੇ, ਤੇ ਸੈਂਟਾ ਦੀ ਜਿਹੜੀ ਵਰਦੀ ਆ ਉਹ ਪਾ ਕੇ ਨਹੀਂ, ਸਾਹਿਬਜ਼ਾਦਿਆਂ ਦੀ ਜਿਹੜੀ ਪੁਸ਼ਾਕ ਸੀ ਬਾਣੇ ਪਾ ਕੇ, ਸਿਰਾਂ 'ਤੇ ਦੁਮਾਲੇ ਸਜਾ ਕੇ ਭੇਜੋ। ਉਹ ਸਾਹਿਬਜ਼ਾਦਿਆਂ ਦੇ ਵਾਰਸ ਨੇ, ਨਾ ਕਿ ਉਹਨਾਂ ਦੇ। ਇਹ ਸੁਚੇਤ ਹੋਣ ਦੀ ਲੋੜ ਹੈ। ਗੁਰੂ ਖਾਲਸਾ ਜੀ, ਸਾਵਧਾਨ ਹੋਣ ਦੀ ਜ਼ਰੂਰਤ ਹੈ ਕਿ ਕਿੱਧਰਲੇ ਪਾਸੇ ਪ੍ਰੇਰਿਆ ਜਾ ਰਿਹਾ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਬੱਚੇ ਮਾਤਾ ਗੁਜਰੀ ਜੀ ਜਿਸ ਵਕਤ ਸਰਸਾ ਨਦੀ ਤੋਂ ਸਤਿਗੁਰਾਂ ਤੋਂ ਵੱਖਰੇ ਹੋਏ, ਰਸਤੇ 'ਚ ਇੱਕ ਕੁੰਮਾ ਮਾਸ਼ਕੀ ਹੈ ਗੁਰੂ ਘਰ ਦਾ ਸ਼ਰਧਾਲੂ, ਉਹਦੀ ਕੱਚੀ ਛੰਨ ਦੇ ਵਿੱਚ ਮਾਤਾ ਜੀ ਔਰ ਸਾਹਿਬਜ਼ਾਦਿਆਂ ਨੇ ਰਾਤ ਬਤੀਤ ਕੀਤੀ ਹੈ। ਉੱਥੇ ਦਾਲ ਬਣੀ ਹੈ, ਉਸ ਦਾਲ ਨਾਲ ਪ੍ਰਸ਼ਾਦਾ ਛਕਿਆ। ਦੁੰਨਾ ਸਿੰਘ ਹੰਡੂਰੀਆ ਜੋ ਉਸ ਵੇਲੇ ਸਤਿਗੁਰਾਂ ਦਾ ਸਮਕਾਲੀ ਸੀ, ਉਹ ਨਾਲ ਹੈ ਤੇ ਵੇਖ ਰਿਹਾ ਹੈ। ਕੁੰਮੇ ਮਾਸ਼ਕੀ ਦੇ ਘਰੋਂ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਜੀ ਨੂੰ ਗੰਗੂ ਬਾਹਮਣ ਲੈਣ ਪਹੁੰਚਿਆ। ਇਹ ਗੰਗੂ ਬਾਹਮਣ ਜਿਹੜਾ ਗੁਰੂ ਘਰ ਦਾ ਦਿੱਤਾ ਦਾਨ ਖਾਂਦਾ ਰਿਹਾ, ਜਿਹਦੇ ਅੰਦਰ ਜਰਵਾਣੀ ਬਿਰਤੀ ਹੈ, ਲੋਭੀ ਹੈ, ਲਾਲਚੀ ਹੈ। ਖਾਲਸਾ ਜੀ, ਦੁਨੀਆ 'ਚ ਜਿਹੜਾ ਲੋਭੀ ਮਨੁੱਖ ਹੁੰਦਾ ਨਾ, ਲਾਲਚੀ, ਉਹਦਾ ਕੋਈ ਧਰਮ ਨਹੀਂ ਰਹਿੰਦਾ, ਅਤੇ ਉਹ ਬੰਦਾ ਕਿਸੇ ਵੀ ਪ੍ਰਕਾਰ ਦਾ ਪਾਪ ਕਰਨ ਲਈ ਤਿਆਰ ਹੋ ਜਾਂਦਾ ਜਿਹੜਾ ਲੋਭੀ ਹੋਵੇ। ਲੋਭੀ ਤੋਂ ਕਿਸੇ ਵੀ ਤਰ੍ਹਾਂ ਦਾ ਪਾਪ ਕਰਾਇਆ ਜਾ ਸਕਦਾ ਹੈ। ਗੰਗੂ ਬਾਹਮਣ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਜੀ ਨੂੰ ਆਪਣੇ ਨਾਲ ਲੈ ਗਿਆ ਸਹੇੜੀ ਪਿੰਡ। ਰਾਤ ਨੂੰ ਮਾਤਾ ਜੀ ਔਰ ਸਾਹਿਬਜ਼ਾਦਿਆਂ ਦਾ ਆਪਣੇ ਘਰ ਨਿਵਾਸ ਕਰਾਇਆ, ਅਤੇ ਸੁੱਕੀਆਂ ਰੋਟੀਆਂ, ਤਾਜ਼ੇ ਪ੍ਰਸ਼ਾਦੇ ਨਹੀਂ ਪਕਾਏ, ਬਹੀਆਂ ਸੁੱਕੀਆਂ ਰੋਟੀਆਂ ਉਹ ਸਾਹਿਬਜ਼ਾਦਿਆਂ ਦੇ ਅੱਗੇ ਰੱਖੀਆਂ। ਅਤੇ ਸਾਹਿਬਜ਼ਾਦਿਆਂ ਨੇ ਜਦੋਂ ਉਹਨਾਂ ਪ੍ਰਸ਼ਾਦਿਆਂ ਵੱਲ ਵੇਖਿਆ, ਵੇਖ ਕੇ ਫਿਰ ਮਾਤਾ ਜੀ ਨੂੰ ਕਹਿਣ ਲੱਗੇ ਮਾਤਾ ਜੀ, ਇਹੋ ਜਿਹੇ ਪ੍ਰਸ਼ਾਦੇ ਤਾਂ ਸਾਡੇ ਘਰ ਦੇ ਕੂਕਰ ਵੀ ਨਹੀਂ ਖਾਂਦੇ। ਇਹੋ ਜਿਹਾ ਪ੍ਰਸ਼ਾਦਾ ਤਾਂ ਅਸੀਂ ਆਪਣੇ ਘਰ ਦੇ ਕੁੱਤਿਆਂ ਨੂੰ ਵੀ ਨਹੀਂ ਪਾਉਂਦੇ, ਉਹ ਵੀ ਨਹੀਂ ਖਾਂਦੇ। ਮਾਤਾ ਜੀ, ਇਹ ਪ੍ਰਸ਼ਾਦਾ ਅਸੀਂ ਕਿਵੇਂ ਛਕੀਏ? ਸਾਹਿਬਜ਼ਾਦਿਆਂ ਨੇ ਉਹ ਰਾਤ ਲੰਘ ਗਈ, ਪ੍ਰਸ਼ਾਦਾ ਨਹੀਂ ਛਕਿਆ। ਇੱਕ ਦਿਨ ਪਹਿਲਾਂ ਰਾਤ ਨੂੰ ਪ੍ਰਸ਼ਾਦਾ ਛਕਿਆ ਕੁੰਮੇ ਮਾਸਕੀ ਦੇ ਘਰ। ਕਈ ਵਿਦਵਾਨ ਕਹਿੰਦੇ ਇਕੱਲੇ ਪਤਾਸੇ ਸਨ ਉਹ ਛਕੇ ਨੇ, ਅਤੇ ਤਕਰੀਬਨ 24 ਘੰਟੇ ਬੀਤ ਗਏ ਨੇ, ਅਤੇ ਅੱਜ 2 ਪ੍ਰਸ਼ਾਦੇ ਦਿੱਤੇ ਨੇ, ਉਹ ਵੀ ਸੁੱਕੇ, ਸਾਹਿਬਜ਼ਾਦਿਆਂ ਨੇ ਨਹੀਂ ਛਕੇ। ਰਾਤ ਨੂੰ ਗੰਗੂ ਬਾਹਮਣ ਨੇ ਮਾਤਾ ਜੀ ਦੇ ਪਾਸ ਇੱਕ ਅਸ਼ਰਫੀਆਂ ਦੀ ਥੈਲੀ ਸੀ, ਲੁਕਾ ਲਈ ਅਤੇ ਰੌਲਾ ਪਾ ਦਿੱਤਾ ਕਿ ਚੋਰ ਆਏ ਨੇ। ਮਾਤਾ ਜੀ ਨੇ ਆਖਿਆ, ਗੰਗੂ ਚੁੱਪ ਹੋ ਜਾ, ਬੜੇ ਵਿਰੋਧੀ ਫਿਰਦੇ ਆ ਸੱਜੇ ਖੱਬੇ, ਕਿਸੇ ਨੂੰ ਪਤਾ ਲੱਗਾ ਤਾਂ ਫੌਜ ਨਾ ਪਹੁੰਚ ਜਾਏ, ਅਤੇ ਚੋਰ ਕੋਈ ਨਹੀਂ ਆਇਆ, ਤੂੰ ਹੀ ਹੈ ਇੱਥੇ। ਪਰ ਪਾਪੀ ਗੰਗੂ ਨੇ ਬੜਾ ਗੁੱਸਾ ਮਨਾਇਆ, ਕਹਿਣ ਲੱਗਾ, ਜੀ ਨਾਲੇ ਮੈਂ ਤੁਹਾਨੂੰ ਆਪਣੇ ਘਰ 'ਚ ਪਨਾਹ ਦਿਆਂ, ਨਾਲੇ ਤੁਸੀਂ ਮੈਨੂੰ ਚੋਰ ਬਣਾਓ। ਅਗਲੇ ਦਿਨ ਇਹ ਮੋਰਿੰਡੇ ਪਹੁੰਚਿਆ। ਮੋਰਿੰਡੇ 2 ਰੰਗੜ ਕੋਤਵਾਲ ਸਨ, ਇੱਕ ਦਾ ਨਾਂ ਜਾਨੀ ਖਾਂ ਅਤੇ ਦੂਜੇ ਦਾ ਨਾਂ ਮਾਨੀ ਖਾਂ ਹੈ। ਦੋਵਾਂ ਕੋਲ ਜਾ ਕੇ ਸਤਿਗੁਰਾਂ ਦੇ ਬੱਚਿਆਂ ਦੇ ਬਾਬਤ ਦੱਸਿਆ ਕਿ ਮੇਰੇ ਕੋਲ ਗੁਰੂ ਜੀ ਦੇ ਬੱਚੇ ਅਤੇ ਗੁਰੂ ਜੀ ਦੀ ਮਾਤਾ ਹੈ, ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਓ ਅਤੇ ਮੈਨੂੰ ਇਨਾਮ ਦਿਓ। ਜਾਨੀ ਖਾਂ ਮਾਨੀ ਖਾਂ ਨੇ ਆਖਿਆ, ਚੱਲ। ਸਾਹਿਬਜ਼ਾਦਿਆਂ ਨੂੰ ਔਰ ਮਾਤਾ ਜੀ ਨੂੰ ਮੋਰਿੰਡਿਓਂ ਜਾ ਕੇ ਸਹੇੜੀ ਨਗਰ ਤੋਂ ਗ੍ਰਿਫਤਾਰ ਕੀਤਾ। ਦੁੰਨਾ ਸਿੰਘ ਕਹਿੰਦਾ, ਸਾਹਿਬਜ਼ਾਦਿਆਂ ਨੂੰ ਬੋਰਿਆਂ ਦੇ ਵਿੱਚ ਪਾਇਆ ਗਿਆ।
ਮਾਤਾ ਜੀ ਬਿਰਧ ਅਵਸਥਾ 'ਚ ਨੇ, ਉਹਨਾਂ ਦੇ ਤਨ 'ਤੇ ਵੀ ਬੇੜੀਆਂ ਪਾ ਕੇ ਗੱਡੇ ਦੇ ਉੱਤੇ ਰੱਖ ਲਿਆ, ਲੱਦ ਲਿਆ। ਗੰਗੂ ਬਾਹਮਣ ਨੂੰ ਇਨਾਮ ਤਾਂ ਕੀ ਮਿਲਣਾ ਸੀ, ਸਗੋਂ ਲਾਹਨਤਾਂ ਮਿਲੀਆਂ। ਲੈ ਵੇ ਗੰਗੂ ਪਾਪੀਆ ਤੂੰ ਲਾਹਨਤਾਂ ਸੰਭਾਲ ਵੇ। ਸਾਰੀ ਜ਼ਿੰਦਗੀ ਦੀਆਂ ਲਾਹਨਤਾਂ ਖੱਟੀਆਂ ਮਲੇਛ ਨੇ। ਮੁੜ ਕੇ ਪਾਗਲ ਹੋ ਕੇ, ਬੌਰਾ ਹੋ ਕੇ, ਦੀਵਾਰਾਂ ਨਾਲ, ਕੰਧਾਂ ਨਾਲ ਟੱਕਰਾਂ ਮਾਰ ਮਾਰ ਕੇ ਮਰਿਆ ਪਾਪੀ ਗੰਗੂ। ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ, ਗ੍ਰਿਫਤਾਰ ਕਰਕੇ, ਗੱਡੇ 'ਤੇ ਲੱਦ ਕੇ ਇਹ ਸਹੇੜੀ ਤੋਂ ਮਰਿੰਡੇ ਆਏ ਨੇ, ਅਤੇ ਮਰਿੰਡੇ ਆ ਕੇ ਰਾਤ ਨੂੰ ਕੋਤਵਾਲੀ 'ਚ ਰੱਖਿਆ, ਜਿੱਥੇ ਅੱਜ ਕੱਲ੍ਹ ਗੁਰੂ ਘਰ ਬਣਿਆ, ਸਥਾਨ ਬਣਿਆ ਗੁਰਦੁਆਰਾ ਕੋਤਵਾਲੀ ਸਾਹਿਬ। ਉੱਥੇ ਲਿਆ ਕੇ ਨਜ਼ਰਬੰਦ ਕੀਤਾ ਸਾਹਿਬਜ਼ਾਦਿਆਂ ਨੂੰ। ਦੂਜਾ ਦਿਨ ਵੀ ਬੀਤ ਗਿਆ, ਭੋਜਨ ਅੱਜ ਵੀ ਨਹੀਂ ਮਿਲਿਆ, ਪ੍ਰਸ਼ਾਦਾ ਅੱਜ ਵੀ ਛਕਣ ਨੂੰ ਨਹੀਂ ਮਿਲਿਆ ਗੁਰੂ ਕੇ ਲਾਲਾਂ ਨੂੰ। ਮਾਤਾ ਜੀ ਨੂੰ ਸਬਰ ਵੇਖੋ। 7 ਸਾਲ ਅਤੇ 9 ਸਾਲ ਦੀ ਉਮਰ ਦੇ ਵਿੱਚ ਪਿਛਲੇ ਤਕਰੀਬਨ 3 ਦਿਨਾਂ ਦਾ ਸਮਾਂ ਬੀਤ ਗਿਆ। ਭੋਜਨ ਨਹੀਂ ਮਿਲਿਆ ਹੈ, ਪ੍ਰਸ਼ਾਦਾ ਨਹੀਂ ਮਿਲਿਆ ਹੈ। ਉਸੇ ਆਨੰਦ ਦੇ ਵਿੱਚ ਬੈਠੇ ਹੈ। ਸਬਰ ਅਤੇ ਸੰਤੋਖ ਦੀਆਂ ਬਿਰਤੀਆਂ ਨੂੰ ਧਾਰਨ ਕਰਕੇ ਕੋਤਵਾਲੀ ਵਿੱਚ ਰਾਤ ਬੀਤੀ। ਅਗਲੇ ਦਿਨ, ਜਿਹੜਾ ਕੱਲ੍ਹ ਦਿਨ ਬੀਤਿਆ 24 ਦਸੰਬਰ ਦਾ, ਕੱਲ੍ਹ ਨੂੰ ਇਹ ਗਏ ਸੂਬੇ ਸਰਹੰਦ ਕੋਲ, ਜਾ ਕੇ ਦੱਸਿਆ। ਸੂਬੇ ਸਰਹੰਦ ਨੇ ਆਖਿਆ ਉਹਨਾਂ ਨੂੰ ਲਿਆ ਕੇ ਇੱਥੇ ਮੇਰੇ ਕੋਲ ਪੇਸ਼ ਕਰੋ। ਸਾਹਿਬਜ਼ਾਦਿਆਂ ਨੂੰ ਔਰ ਮਾਤਾ ਜੀ ਨੂੰ ਨਰੜ ਕੇ ਬੇੜੀਆਂ ਦੇ ਵਿੱਚ ਇਹ ਮੋਰਿੰਡੇ ਤੋਂ ਸਰਹੰਦ ਲੈ ਕੇ ਆਏ ਨੇ। 10 ਪੋਹ ਦੀ ਰਾਤ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ। ਠੰਡੇ ਬੁਰਜ ਵਿੱਚ ਜਿੱਥੇ ਚਾਰੇ ਪਾਸਿਓਂ ਠੰਡੀ ਸ਼ੀਤ ਲਹਿਰ ਚੱਲਦੀ ਹੈ, ਆਹ ਠੰਡ ਨੂੰ ਤੁਸੀਂ ਮਹਿਸੂਸ ਕਰਦੇ ਹੋ। ਕਿਤਨੇ ਕਿਤਨੇ ਮੋਟੇ ਕੱਪੜੇ ਸਰੀਰਾਂ 'ਤੇ ਪਾਏ ਹੋਣ ਤਾਂ ਵੀ ਅਸੀਂ ਠਰੂ ਠਰੂ ਕਰਦੇ ਹਾਂ। ਹੱਥ ਪੈਰ ਸਰਦੀ ਨਾਲ ਸੁੰਨ ਹੋ ਜਾਂਦੇ ਨੇ। ਧੰਨ ਗੁਰੂ ਕੇ ਲਾਲ ਤੇ ਮਾਤਾ ਗੁਜਰੀ ਜੀ ਠੰਡੇ ਬੁਰਜ ਦੇ ਵਿੱਚ ਕੈਦ ਨੇ। ਸੱਜੇ ਖੱਬਿਓਂ ਸ਼ੀਤ ਹਵਾਵਾਂ, ਸ਼ੀਤ ਲਹਿਰਾਂ ਚੱਲਦੀਆਂ ਨੇ, ਤਨਾਂ ਨੂੰ ਚੀਰਦੀਆਂ ਨੇ। ਪਰ ਧੰਨ ਗੁਰੂ ਕੇ ਲਾਲਾਂ ਦੀ ਰਸਨਾ ਤੋਂ ਸੀ ਨਹੀਂ, ਪਰਮੇਸ਼ਰ ਦੇ ਸ਼ੁਕਰ ਦੇ ਰੰਗ 'ਚ ਰੰਗੇ ਹੋਏ ਨੇ। ਇਹ ਇਤਿਹਾਸ ਤੁਸੀਂ ਕਈ ਵਾਰੀ ਸੁਣਿਆ ਹੋਵੇਗਾ, ਇਹ ਇਤਿਹਾਸ ਤੁਸੀਂ ਕਈ ਵਾਰ ਪੜ੍ਹਿਆ ਹੋਵੇਗਾ। ਇਸ ਇਤਿਹਾਸ ਨੂੰ ਕਈ ਵਾਰੀ ਪੜ੍ਹਾਂਗੇ, ਕਈ ਵਾਰੀ ਸੁਣਾਂਗੇ। ਖਾਲਸਾ ਜੀ, ਜਦੋਂ ਤੱਕ ਜ਼ਿੰਦਗੀ ਰਹੇਗੀ ਕਹਿੰਦੇ ਸੁਣਦੇ ਰਹਾਂਗੇ, ਕਿਉਂਕਿ ਇਹ ਸਾਡੇ ਵੱਡਿਆਂ ਦੀ ਕੁਰਬਾਨੀ ਆ। ਉਸ ਨੂੰ ਅਸੀਂ ਹਮੇਸ਼ਾ ਚੇਤੇ ਰੱਖਣਾ ਅਤੇ ਸਿਮਰਤੀ ਵਿੱਚ ਰੱਖਣਾ। ਕਈ ਕਹਿ ਦਿੰਦੇ ਆ ਜੀ ਕੋਈ ਨਵੀਂ ਕਥਾ ਸੁਣਾਓ, ਇਹ ਤਾਂ ਅਸੀਂ ਸੁਣਿਆ ਹੋਇਆ। ਖਾਲਸਾ ਜੀ, ਕਹਿਣ ਨੂੰ ਹੋਰ ਬਹੁਤ ਕਥਾਵਾਂ ਹੋਣਗੀਆਂ, ਪਰ ਸਾਹਿਬਜ਼ਾਦਿਆਂ ਦੀ ਇਸ ਲਾਸਾਨੀ ਸ਼ਹਾਦਤ ਨੂੰ ਬਾਰ-ਬਾਰ ਚੇਤੇ ਕਰਨਾ, ਬਾਰ-ਬਾਰ ਯਾਦ ਕਰਨਾ, ਬਾਰ-ਬਾਰ ਉਸ ਇਤਿਹਾਸ ਨੂੰ ਦੁਹਰਾਉਣਾ ਸਾਡਾ ਸਾਰਿਆਂ ਦਾ ਕਰਤੱਵ ਅਤੇ ਫਰਜ਼ ਹੈ। ਜਿੰਨੀ ਵਾਰ ਸਾਹਿਬਜ਼ਾਦਿਆਂ ਦੀ ਕਥਾ ਨੂੰ ਕਥਨ ਕਰਾਂਗੇ, ਜਿੰਨੀ ਵਾਰ ਵੀ ਸੁਣਾਂਗੇ, ਉਹਨਾਂ ਪ੍ਰਤੀ ਸਾਡੇ ਮਨ 'ਚ ਸ਼ਰਧਾ, ਅਕੀਦਾ, ਭਾਵਨਾ ਅਤੇ ਪ੍ਰੇਮ ਜਾਗੇਗਾ। ਸਾਡੇ ਪਰਿਵਾਰ ਦੇ ਵਿੱਚ ਕਿਸੇ ਬਜ਼ੁਰਗ ਨੇ ਕੋਈ ਚੰਗਾ ਕੰਮ ਕੀਤਾ ਹੋਵੇ, ਅਸੀਂ ਅਨੇਕਾਂ ਨੂੰ ਦੱਸਦੇ ਹਾਂ ਵੀ ਮੇਰੇ ਪਿਓ ਨੇ ਆਹ ਕੰਮ ਕੀਤਾ ਸੀ, ਮੇਰੇ ਪਿਤਾ ਨੇ। ਉਹ ਚਲਾ ਜਾਏਗਾ, ਕੋਈ ਹੋਰ ਆਏਗਾ, ਉਹਨੂੰ ਫਿਰ ਦੱਸਾਂਗੇ। ਕਦੇ ਅੱਕ ਜਾਂਦੇ ਹਾਂ, ਅਸੀਂ ਥੱਕਦੇ ਹਾਂ ਵੀ ਆਪਣੇ ਬਜ਼ੁਰਗ ਦੀ ਉਹ ਗੱਲ ਸੁਣਾ ਸੁਣਾ ਕੇ ਘਸਾ ਦੇਈਦੀ ਹੈ ਵੀ ਸੁਣਾਈ ਜਾਂਦੇ ਹਾਂ, ਭਾਵੇਂ ਉਹਦੇ 'ਚ ਕੋਈ ਪਰਉਪਕਾਰ ਦੀ ਗੱਲ ਨਾ ਹੋਵੇ। ਅਤੇ ਗੁਰੂ ਸਾਹਿਬ ਜੀ ਦਿਆਂ ਲਾਲਾਂ ਦੀ ਕਥਾ ਜਿੰਨੀ ਵਾਰ ਕਥਾਂਗੇ, ਜਿੰਨੀ ਵਾਰੀ ਸੁਣਾਂਗੇ, ਖਾਲਸਾ ਜੀ ਓਨੀ ਵਾਰੀ ਥੋੜ੍ਹੀ ਹੈ। ਇਹਦਾ ਪਾਠ ਹੀ ਕਰਨਾ ਚਾਹੀਦਾ ਹੈ, ਗੁਰੂ ਸਾਹਿਬ ਜੀ ਦੇ ਲਾਲਾਂ ਦੇ ਇਤਿਹਾਸ ਦੀ ਕਥਾ ਦਾ। ਬਾਰ-ਬਾਰ ਸਿਮਰਤੀ 'ਚ ਰਹੇ। ਇਹ ਇਤਿਹਾਸ ਸਾਡੀ ਸਿਮਰਤੀ 'ਚ ਰਹੇਗਾ, ਤਦੇ ਆਪਣੇ ਬੱਚਿਆਂ ਤੱਕ ਪਹੁੰਚਾਵਾਂਗੇ, ਆਪਣੀਆਂ ਨਸਲਾਂ ਤੱਕ ਪਹੁੰਚਾਵਾਂਗੇ। ਉਹ ਬੱਚੇ ਫਿਰ ਅੱਗੇ ਤੱਕ ਲੈ ਕੇ ਜਾਣਗੇ ਉਸ ਇਤਿਹਾਸ ਨੂੰ। ਸੀਨੇ ਬਸੀਨੇ ਇੱਦਾਂ ਸਾਂਭੇ ਜਾਂਦੇ ਆ ਇਤਿਹਾਸ। ਲਿਖਤਾਂ ਸੱਜੇ ਖੱਬੇ ਹੋ ਸਕਦੀਆਂ ਹਨ, ਪਰ ਜਿਹੜਾ ਤੁਹਾਡੇ ਹਿਰਦੇ 'ਚ ਵਸ ਜਾਣਾ ਨਾ, ਉਹ ਤੁਸੀਂ ਅੱਗੇ ਆਪਣੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਤੱਕ ਲਿਜਾ ਸਕਦੇ ਹੋ। ਲਿਖਤਾਂ ਵੀ ਹੋਣੀਆਂ ਚਾਹੀਦੀਆਂ ਨੇ,
ਪਰ ਸੀਨੇ ਵਸੀਨੇ ਸਾਡੀ ਸਿਮਰਤੀ ਵਿੱਚ ਵੀ ਹੋਣਾ ਚਾਹੀਦਾ ਹੈ। ਅੱਜ ਕੱਲ੍ਹ ਅਸੀਂ ਆਪਣੇ ਬੱਚਿਆਂ ਨੂੰ ਪੁੱਛ ਲਈਏ, ਸਾਹਿਬਜ਼ਾਦਿਆਂ ਦੇ ਨਾਮ ਤੱਕ ਵੀ ਚੇਤੇ ਨਹੀਂ। ਬੱਚਿਆਂ ਨੂੰ ਤਾਂ ਪਾਸੇ, ਬਜ਼ੁਰਗਾਂ ਨੂੰ ਵੀ ਘਰਾਂ ਵਿੱਚ ਬਹੁਤਿਆਂ ਨੂੰ, ਕਈਆਂ ਨੂੰ ਗਿਆਨ ਨਹੀਂ ਹੁੰਦਾ। ਗੁਰੂ ਖਾਲਸਾ ਜੀ, ਜੇ ਆ ਹੋਰ ਸੱਜੇ ਖੱਬਿਆਂ ਦੀ ਗੱਲ ਪੁੱਛੀਏ ਤੇ ਸਾਰਾ ਚੇਤੇ ਹੁੰਦਾ, ਪਰ ਸਾਹਿਬਜ਼ਾਦਿਆਂ ਦੀ ਸ਼ਹਾਦਤ, ਉਹਨਾਂ ਦੀ ਲਾਸਾਨੀ ਸ਼ਹਾਦਤ ਸਾਡੇ ਚੇਤੇ 'ਚ ਨਹੀਂ ਹੈ। ਜਿਸ ਵਕਤ ਮੋਰਿੰਡੇ ਠੰਡੇ ਬੁਰਜ ਵਿੱਚ ਰਾਤ ਰੱਖਿਆ ਗਿਆ ਸਾਹਿਬਜ਼ਾਦਿਆਂ ਨੂੰ, ਠੰਡੀ ਸੀਤ ਲਹਿਰ ਚੱਲਦੀ ਹੈ ਚਾਰੇ ਪਾਸਿਓਂ। ਤੁਸੀਂ ਵੇਖਿਆ ਹੋਣਾ, ਹੁਣ ਵੀ ਠੰਡੇ ਬੁਰਜ ਦੇ ਨਾਲ ਛੋਟਾ ਜਿਹਾ ਇੱਕ ਚੋਆ ਲੰਘਦਾ ਹੈ, ਉਹ ਪਾਣੀ ਨਾਲ ਭਰਿਆ ਹੋਇਆ ਸੀ। ਹੁਣ ਜਦੋਂ ਸੁਭਾਵਕ ਹੈ ਦਰਿਆ ਦੇ ਨੇੜੇ ਜਿੱਥੇ ਪਾਣੀ ਵਹਿੰਦਾ ਹੋਵੇ, ਉਹਦੇ ਨੇੜੇ ਠੰਡ ਆਮ ਥਾਵਾਂ ਨਾਲੋਂ ਵੱਧ ਹੁੰਦੀ ਹੈ। ਉਹ ਠੰਡੀ ਠੰਡੀ ਹਵਾ ਆਉਂਦੀ ਹੈ ਚੱਲ ਕੇ। ਸਰੀਰ 'ਤੇ ਕੋਈ ਮੋਟਾ ਕੱਪੜਾ ਨਹੀਂ ਹੈ ਸਾਹਿਬਜ਼ਾਦਿਆਂ ਦੇ, ਕੱਪੜਾ ਸਾਂਭਣ ਨੂੰ ਕਿੱਥੇ ਮਿਲਿਆ ਹੋਣਾ। ਮਾਤਾ ਗੁਜਰੀ ਜੀ ਨੇ ਆਪਣੀ ਛਾਤੀ ਨਾਲ ਆਪਣੇ ਪੋਤਰਿਆਂ ਨੂੰ ਲਾਇਆ ਹੋਇਆ ਤੇ ਆਪਣੇ ਮੁਖ ਤੋਂ ਆਪਣਿਆਂ ਬੱਚਿਆਂ ਨੂੰ ਦੁਲਾਰਦਿਆਂ ਹੋਇਆਂ ਆਪਣਿਆਂ ਵੱਡਿਆਂ ਦਾ, ਆਪਣਿਆਂ ਬਜ਼ੁਰਗਾਂ ਦਾ ਇਤਿਹਾਸ ਸੁਣਾ ਰਹੇ ਨੇ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਸੁਣਾ ਰਹੇ ਨੇ ਕਿ ਬੱਚੇ, ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਵੇਂ ਸ਼ਹੀਦੀ ਪ੍ਰਾਪਤ ਕੀਤੀ ਹੈ। ਉਹ ਸਾਰੀ ਵਾਰਤਾ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਸੁਣਾ ਰਹੇ ਨੇ। ਰਾਤ ਕਿੱਥੇ ਨੀਂਦ ਆਉਣੀ ਸੀ। ਉਧਰ ਮੋਤੀ ਰਾਮ ਮਹਿਰਾ, ਵੇਖੋ ਗੁਰੂ ਕੇ ਲਾਲ ਕੁਰਬਾਨੀ ਵਾਲੇ ਗੁਰਸਿੱਖ, ਪਰਵਾਹ ਨਹੀਂ ਕੀਤੀ ਦੁਸ਼ਮਣ ਦੀ, ਕੀ ਹੋਵੇਗਾ ਕੀ ਬਣੇਗਾ। ਭਾਈ ਮੋਤੀ ਰਾਮ ਮਹਿਰਾ ਜੀ ਨੇ ਰਾਤ ਦੇ ਸਮੇਂ ਦੁੱਧ ਗਰਮ ਕੀਤਾ। ਘਰ ਵਾਲੀ ਦੇ ਗਹਿਣੇ ਸਨ, ਗਰੀਬੀ ਹੈ ਘਰ 'ਚ, ਉਹ ਗਹਿਣੇ ਲਿਆ ਕੇ ਠੰਡੇ ਬੁਰਜ 'ਤੇ ਪਹਿਰੇ 'ਤੇ ਖਲੋਤੇ ਸਿਪਾਹੀਆਂ ਨੂੰ ਦਿੱਤੇ ਨੇ ਤੇ ਆਗਿਆ ਲਈ ਆ ਉਹਨਾਂ ਕੋਲੋਂ ਕਿ ਮੈਨੂੰ ਸਤਿਗੁਰਾਂ ਦੇ ਲਾਲਾਂ ਤਾਈਂ ਦੁੱਧ ਪਿਲਾਉਣ ਦੀ ਸੇਵਾ ਕਰ ਲੈਣ ਦਿਓ। 3 ਦਿਨ ਬੀਤ ਚੁੱਕੇ ਸਨ। ਇੱਕ ਰਾਤ ਸਹੇੜੀ, ਦੂਜੀ ਮੋਰਿੰਡੇ, ਤੀਜੀ ਇੱਥੇ ਆ ਗਈ ਹੈ। ਕੁਝ ਨਹੀਂ ਸੀ ਛਕਿਆ ਗੁਰੂ ਕੇ ਲਾਲਾਂ ਨੇ। ਭਾਈ ਮੋਤੀ ਰਾਮ ਜੀ ਮਾਤਾ ਜੀ ਕੋਲ ਹਾਜ਼ਰ ਹੋਏ। ਮਾਤਾ ਜੀ ਨੇ ਪੁੱਛਿਆ, ਕੌਣ? ਮਾਤਾ ਜੀ, ਨੌਵੇਂ ਪਾਤਸ਼ਾਹ ਜੀ ਦੇ, 10ਵੇਂ ਪਾਤਸ਼ਾਹ ਜੀ ਦੇ ਘਰ ਦਾ ਅਦਨਾ ਜਿਹਾ ਸੇਵਕ ਹਾਂ। ਮੈਂ ਦੁੱਧ ਲਿਆਇਆ ਮਾਤਾ ਜੀ, ਇਹ ਗੁਰੂ ਕੇ ਲਾਲਾਂ ਨੂੰ ਔਰ ਆਪ ਜੀ ਨੂੰ ਛਕਾਉਣ ਲਈ ਹਾਜ਼ਰ ਹੋਇਆ। ਮਾਤਾ ਜੀ ਨੇ ਦੁੱਧ ਛਕਿਆ, ਮੋਤੀ ਰਾਮ 'ਤੇ ਬਖਸ਼ਿਸ਼ਾਂ ਕੀਤੀਆਂ। ਇਸ ਦੁੱਧ ਪਿਲਾਉਣ ਦੀ ਸੇਵਾ ਦੇ ਬਦਲੇ ਕੀ ਦਿੱਤਾ ਦੁਸ਼ਮਣ ਨੇ? ਭਾਈ ਮੋਤੀ ਰਾਮ ਜੀ ਦੇ ਸਮੇਤ ਉਹਨਾਂ ਦਾ ਸਾਰਾ ਪਰਿਵਾਰ ਕੋਹਲੂ 'ਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਇਹੋ ਜਿਹੀ ਜਰਵਾਣੀ ਸਰਕਾਰ ਸੀ, ਇਹੋ ਜਿਹੇ ਜ਼ਾਲਮ ਤੇ ਜ਼ੁਲਮ ਕਰਨ ਵਾਲੇ ਲੋਕ ਸਨ ਕਿ ਦੁੱਧ ਛਕਾਇਆ ਤੇ ਦੁੱਧ ਛਕਾਉਣ ਦੇ ਬਦਲੇ ਉਹਨਾਂ ਨੂੰ ਪਰਿਵਾਰ ਸਮੇਤ ਕੋਹਲੂ 'ਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਤੇ ਜਿਨ੍ਹਾਂ ਸ਼ਹੀਦ ਕੀਤਾ ਉਹਨਾਂ ਮਲੇਛਾਂ ਦਾ ਕੁਝ ਨਹੀਂ ਬਚਿਆ ਸੰਸਾਰ 'ਚ, ਤੇ ਜਿਹੜੇ ਸ਼ਹੀਦ ਹੋਏ ਉਹਨਾਂ ਦੀਆਂ ਯਾਦਗਾਰਾਂ ਬਣੀਆਂ ਤੇ ਜੁਗਾਂ ਜੁਗਾਂ ਤੱਕ ਸੰਸਾਰ 'ਚ ਪੂਜੇ ਜਾਣਗੇ, ਪੂਜੇ ਜਾ ਰਹੇ ਨੇ, ਪੂਜੇ ਜਾਂਦੇ ਰਹੇ ਨੇ। ਉਹਨਾਂ ਦਾ ਨਾਂ ਜੁਗਾਂ ਜੁਗਾਂ ਤੇ ਹੀ ਰਹਿਣਾ ਸੰਸਾਰ 'ਚ। ਰਾਤ ਬੀਤ ਗਈ ਆ, ਅੱਜ ਦਾ ਦਿਨ, ਇਹ ਦਿਨ ਚੜ੍ਹਿਆ। ਸਾਹਿਬਜ਼ਾਦਿਆਂ ਨੂੰ ਸੂਬੇ ਸਰਹੰਦ ਦੀ ਕਚਹਿਰੀ 'ਚ ਪੇਸ਼ ਕਰਨਾ। ਮਾਤਾ ਜੀ ਕੋਲ ਸਿਪਾਹੀ ਗਏ, ਆਖਿਆ ਗੁਰੂ ਕੇ ਬੱਚਿਆਂ ਨੂੰ ਸੂਬੇ ਸਰਹੰਦ ਦੀ ਕਚਹਿਰੀ 'ਚ ਲੈ ਕੇ ਜਾਣਾ। ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਜਦੋਂ ਕਚਹਿਰੀ ਵੱਲ ਵਧੇ ਨੇ ਤੇ ਬਾਹਰਲਾ ਜਿਹੜਾ ਦਰਵਾਜ਼ਾ ਹੈ ਉਹ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਉਹਦੀ ਇੱਕ ਛੋਟੀ ਬਾਰੀ ਸੀ ਵਿੱਚ, ਉਹ ਖੋਲ੍ਹੀ। ਵੇਖੋ, ਇਹ ਪਰਖ ਸੀ, ਵੇਖਣਾ ਸੀ ਕਿ ਗੁਰੂ ਜੀ ਦੇ ਬੱਚਿਆਂ ਦੀ ਮਾਨਸਿਕਤਾ ਕਿਹੋ ਜਿਹੀ ਹੈ। ਮਾਨਸਿਕਤਾ ਨੂੰ ਵੇਖਣ ਲਈ ਵੀ ਇਹ ਕੀ ਸੋਚਦੇ ਨੇ, ਕਿਸ ਵਿਊ ਤੋਂ ਸੋਚਦੇ ਨੇ,
ਕੀ ਇਹਨਾਂ ਅੰਦਰ ਬਿਰਤੀ ਹੈ ਉਹ ਜਾਣਨ ਲਈ ਸੂਬੇ ਸਰਹੰਦ ਨੇ ਸਾਰੀ ਵਿਉਂਤ ਬਣਾਈ ਸੀ ਵੀ ਜੇ ਤਾਂ ਸਿਰ ਝੁਕਾ ਕੇ ਅੰਦਰ ਆਏ ਤਾਂ ਸਾਡੀ ਗੱਲ ਮੰਨ ਲੈਣਗੇ, ਤੇ ਜੇ ਨਾ ਝੁਕਾ ਕੇ ਆਏ ਤੇ ਸਮਝ ਲਵਾਂਗੇ ਵੀ ਨਹੀਂ ਮੰਨਣਗੇ। ਤੇ 7 ਸਾਲ ਤੇ 9 ਸਾਲ ਦੀ ਉਮਰ ਵਿੱਚ ਗੁਰਦੇਵ ਦੇ ਫਰਜ਼ੰਦ ਜਿਸ ਵਕਤ ਉਸ ਦਰਵਾਜ਼ੇ ਕੋਲ ਆਏ ਨੇ, ਛੋਟੀ ਦਰੀਚੀ ਵੇਖੀ ਹੈ ਤੇ ਇੱਕ ਦੂਜੇ ਦੀਆਂ ਅੱਖਾਂ 'ਚ ਵੇਖਿਆ, ਇਸ਼ਾਰਾ ਹੋਇਆ ਕਿ ਦੁਸ਼ਮਣ ਦੀ ਸਾਜ਼ਿਸ਼ ਹੈ, ਸਾਡਾ ਸਿਰ ਝੁਕਾਉਣਾ ਚਾਹੁੰਦੇ ਹੈ ਪਰ ਇਹ ਝੁਕੇਗਾ ਨਹੀਂ। ਆਪਣੇ ਚਰਨ ਅੱਗੇ ਕੀਤੇ, ਉਸ ਬਾਰੀ ਵਿੱਚ ਸਿਰ ਨਹੀਂ ਪਾਇਆ, ਪਹਿਲਾਂ ਚਰਨ ਅੱਗੇ ਕੀਤੇ, ਪੈਰ ਪਹਿਲਾਂ ਅੱਗੇ ਕੀਤੀ, ਪਹਿਲਾਂ ਆਪਣੀ ਜੁੱਤੀ ਅੱਗੇ ਕਰਕੇ ਉਹਨਾਂ ਨੂੰ ਵਿਖਾਈ, ਫਿਰ ਵਿੱਚ ਪ੍ਰਵੇਸ਼ ਕਰਕੇ ਅੰਦਰ ਗਏ। ਖਾਲਸਾ ਜੀ, ਮੇਰੇ ਵਿਦਿਆ ਦਾਤਾ ਜੀ ਕਹਿੰਦੇ ਹੈ ਕਿ ਸੰਸਾਰ ਦੇ ਵਿੱਚ ਸਭ ਤੋਂ ਕੋਈ ਵੱਡਾ ਮਹਾਂਪੁਰਸ਼ ਹੋਇਆ ਛੋਟੀ ਉਮਰ ਦੇ ਵਿੱਚ, ਜਿਹੜੇ ਸਰੀਰ ਕਰਕੇ ਭਾਵੇਂ ਸਭ ਤੋਂ ਛੋਟੀ ਉਮਰ 'ਚ ਨੇ, ਪਰ ਸਭ ਤੋਂ ਕੋਈ ਵੱਡਾ ਮਹਾਂਪੁਰਸ਼ ਹੋਇਆ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ, ਤਾਂ ਉਹ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਮਹਾਰਾਜ ਜੀ ਹਨ। ਉਮਰ ਭਾਵੇਂ ਛੋਟੀ ਹੈ, ਉੱਦਾਂ ਉਮਰ ਕਰਕੇ ਆਪਾਂ ਕਹਿ ਦਿੰਦੇ ਹਾਂ ਛੋਟੇ ਸਾਹਿਬਜ਼ਾਦੇ, ਪਰ ਸਭ ਤੋਂ ਵੱਡੇ ਮਹਾਂਪੁਰਸ਼ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਬਾਬਾ ਫਤਿਹ ਸਿੰਘ ਜੀ। 7 ਸਾਲ ਦੀ ਉਮਰ ਕਿੰਨੀ ਕੁ ਉਮਰ ਹੁੰਦੀ ਹੈ? ਜਿਸ ਵਕਤ ਅੰਦਰ ਗਏ, ਸੂਬੇ ਸਰਹੰਦ ਦੀ ਕਚਹਿਰੀ ਖਚਾ ਖਚ ਭਰੀ ਹੋਈ, ਬੜੇ ਬੜੇ ਪਠਾਨ, ਕਾਜ਼ੀ, ਮੌਲਵੀ, ਝੂਠੇ ਨੰਦ ਵਰਗੇ ਮਲੇਛ ਸਭ ਬੈਠੇ ਨੇ। ਭਰੀ ਕਚਹਿਰੀ 'ਚ ਸਾਹਿਬਜ਼ਾਦਿਆਂ ਨੂੰ ਅੱਜ ਦਾ ਦਿਨ ਜਿਹੜਾ ਇਹ ਪਹਿਲੀ ਪੇਸ਼ੀ ਸੀ, ਅੱਜ ਦੇ ਦਿਨ ਪੇਸ਼ ਕੀਤਾ ਗਿਆ। ਪਹਿਲਾਂ ਲਾਲਚ ਦਿੱਤੇ ਗਏ, ਇਸਲਾਮ ਕਬੂਲ ਕਰ ਲਓ, ਤੁਹਾਡਾ ਤਾਂ ਪਿੱਛੇ ਕੁਝ ਬਚਿਆ ਹੀ ਨਹੀਂ, ਤੁਹਾਡੇ ਭਰਾ ਸ਼ਹੀਦ ਹੋ ਗਏ ਨੇ ਚਮਕੌਰ ਦੀ ਗੜੀ 'ਚ, ਤੁਹਾਡੀਆਂ ਫੌਜਾਂ ਸਾਰੀਆਂ ਖਤਮ ਹੋ ਗਈਆਂ ਨੇ, ਤੁਹਾਡੇ ਪਿਤਾ ਜੀ ਸ਼ਹੀਦ ਹੋ ਗਏ ਨੇ। ਜਦੋਂ ਪਿਤਾ ਕਲਗੀਧਰ ਪਾਤਸ਼ਾਹ ਬਾਰੇ ਇਹਨਾਂ ਨੇ ਸੁਣਿਆ, ਸਾਹਿਬਜ਼ਾਦਿਆਂ ਨੇ, ਵੀ ਇਹ ਕਹਿੰਦੇ ਸ਼ਹੀਦ ਹੋ ਗਏ ਨੇ, ਤਾਂ ਬਾਬਾ ਫਤਿਹ ਸਿੰਘ ਜੀ ਬੋਲੇ, ਕਹਿਣ ਲੱਗੇ, ਉਹ ਸੂਬਾ ਸਰਹੰਦ ਸੁਣ, ਜੇ ਤੂੰ ਕਹੇਂ ਕਿ ਸੁਮੇਰ ਪਰਬਤ ਉੱਡ ਗਿਆ ਤਾਂ ਅਸੀਂ ਮੰਨ ਲਵਾਂਗੇ, ਜੇ ਤੂੰ ਕਹੇਂ ਕਿ ਸੂਰਜ ਪੂਰਬ ਦਿਸ਼ਾ ਦੀ ਬਜਾਏ ਪੱਛਮ 'ਚੋਂ ਉੱਗਿਆ, ਹਾਲਾਂਕਿ ਹੁੰਦਾ ਨਹੀਂ ਹੈ, ਪਰ ਤੂੰ ਕਹੇਂ ਕਿ ਸੂਰਜ ਪੱਛਮ 'ਚੋਂ ਉੱਗਿਆ, ਅਸੀਂ ਮੰਨ ਸਕਦੇ ਹਾਂ। ਤੂੰ ਕਹੇਂ ਕਿ ਤੂੰ ਆਕਾਸ਼ ਦੇ ਤਾਰੇ ਗਿਣ ਲਏ ਨੇ, ਤਾਂ ਅਸੀਂ ਇਹ ਵੀ ਮੰਨ ਸਕਦੇ ਹਾਂ ਵੀ ਗਿਣ ਲਏ ਹੋਣਗੇ। ਤੂੰ ਕਹੇਂ ਕਿ ਸਮੁੰਦਰ ਦਾ ਪਾਣੀ ਸੁੱਕ ਗਿਆ, ਤੇ ਅਸੀਂ ਇਹ ਵੀ ਮੰਨ ਲਵਾਂਗੇ। ਤੂੰ ਕਹੇਂ ਕਿ ਧਰਤੀ ਦੇ ਉੱਤੇ ਜਿਤਨੀ ਬਨਸਪਤੀ ਹੈ ਮੈਂ ਉਹ ਗਿਣਤੀ ਕਰ ਲਈ ਹੈ, ਅਸੀਂ ਉਹ ਵੀ ਮੰਨ ਲਵਾਂਗੇ। ਪਰ ਜਿਹੜੀ ਤੂੰ ਆਹ ਗੱਲ ਕਹਿਣਾ ਨਾ ਵੀ ਤੁਸੀਂ ਸਾਡੇ ਪਿਤਾ ਜੀ ਨੂੰ ਮਾਰ ਦਿੱਤਾ ਹੈ, ਇਹ ਅਸੀਂ ਕਤਈ ਨਹੀਂ ਮੰਨ ਸਕਦੇ, ਕਿਉਂਕਿ ਕਾਲ ਦੇ ਵੀ ਕਾਲ, ਮਹਾਕਾਲ ਨੂੰ ਕੋਈ ਨਹੀਂ ਮਾਰ ਸਕਦਾ। ਉਹ ਤਾਂ ਕਾਲ ਦੇ ਵੀ ਕਾਲ, ਮਹਾਕਾਲ ਨੇ, ਅਕਾਲ ਪੁਰਖ ਨੇ, ਉਹਨਾਂ ਨੂੰ ਕੌਣ ਮਾਰ ਸਕਦਾ ਹੈ? ਇਹ ਅਸੀਂ ਕਤਈ ਨਹੀਂ ਮੰਨ ਸਕਦੇ। ਇੱਕ ਕਵੀ ਲਿਖਦਾ, ਕਹਿੰਦੇ ਉਹਨਾਂ ਭਰੇ ਦਰਬਾਰ ਅੰਦਰ ਜਾ ਕੇ ਸਾਹਿਬਜ਼ਾਦਿਆਂ ਫਤਿਹ ਗਜਾ ਦਿੱਤੀ, ਸਤਿ ਸ੍ਰੀ ਅਕਾਲ ਦਾ ਮਾਰ ਨਾਰਾ ਤਸਬੀਹ ਕਾਜੀ ਦੇ ਹੱਥੋਂ ਛੁਡਾ ਦਿੱਤੀ। ਸੂਬਾ ਆਖਦਾ ਕਰੋ ਸਲਾਮ ਮੁੰਡਿਓ, ਉਹਨਾਂ ਅੱਗੋਂ ਜੁੱਤੀ ਵਿਖਾ ਦਿੱਤੀ। ਉਹਨੇ ਦਿੱਤਾ ਖੌਫ ਤਲਵਾਰ ਦਾ ਜਦੋਂ, ਉਹਨਾਂ ਹੱਸ ਕੇ ਧੌਣ ਅਕੜਾ ਦਿੱਤੀ।
ਪਹਿਲਾਂ ਫਤਿਹ ਗਜਾਈ, ਸੂਬਾ ਕਹਿੰਦਾ ਇੱਥੇ ਫਤਿਹ, ਇੱਥੇ ਤਾਂ ਸਿਰ ਝੁਕਾਓ। ਕਹਿਣ ਲੱਗੇ ਸੀਸ ਤਾਂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਝੁਕਦਾ, ਕਿਸੇ ਜਰਵਾਣੇ ਤੇ ਜ਼ਾਲਮ ਦੇ ਸਾਹਮਣੇ ਨਹੀਂ ਝੁਕਦਾ। ਇਹ ਸੀਸ ਅਸੀਂ ਕਲਗੀਧਰ ਨੂੰ ਭੇਟ ਕਰ ਦਿੱਤਾ। ਜਦੋਂ ਪਹੁਲ ਛਕਦੇ ਆ ਨਾ ਖੰਡੇ ਦੀ, ਉਹ ਸੀਸ ਲੈ ਲੈਂਦੇ ਆ ਸਾਡਾ। ਪੰਜ ਪਿਆਰੇ ਸਾਹਿਬਾਨ, ਮਰਿਆਦਾ ਹੈ ਨਾ ਸੀਸ। ਮਹਾਰਾਜ ਅੱਜ ਤੋਂ ਬਾਅਦ ਇਹ ਸੀਸ ਤੁਹਾਡਾ ਹੈ। ਤੇ ਅੰਮ੍ਰਿਤ ਛਕਦੇ ਹਾਂ ਆਪਾਂ, ਫਿਰ ਉਹ ਸਿਰ ਕਿਹਦਾ? ਕਲਗੀਧਰ ਦਾ ਸੀਸ ਹੈ ਨਾ, ਇਹ ਕਲਗੀਧਰ ਦਾ ਸੀਸ। ਤੇ ਕਲਗੀਧਰ ਪਾਤਸ਼ਾਹ ਨੂੰ ਦਿੱਤਾ ਹੋਇਆ ਜਿਹੜਾ ਸੀਸ ਹੈ, ਉਹ ਫਿਰ ਕਿਸੇ ਮੜ੍ਹੀ ਤੇ, ਕਿਸੇ ਕਬਰ ਤੇ, ਕਿਸੇ ਜਰਵਾਣੇ ਦੇ ਅੱਗੇ ਥੋੜ੍ਹੀ ਝੁਕੇਗਾ। ਉਹ ਤਾਂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਹੀ ਰਹੇਗਾ, ਉਹਨਾਂ ਦੇ ਚਰਨਾਂ 'ਚ ਹੀ ਰਹੇਗਾ। ਤੇ ਜਿਹੜਾ ਸਿਰ ਦਰ ਬਦਰ ਤੇ ਜਾ ਕੇ ਝੁਕਦਾ ਫਿਰੇ, ਉਹ ਸਿਰ ਕਲਗੀਧਰ ਦਾ ਸਿਰ ਨਹੀਂ, ਕਲਗੀਧਰ ਪਾਤਸ਼ਾਹ ਦਾ ਸੀਸ ਨਹੀਂ। ਖਾਲਸਾ ਜੀ, ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਸ ਸਾਹਿਬਜ਼ਾਦੇ ਕਹਿੰਦੇ ਸਾਡਾ ਸੀਸ ਹੈ। ਇਹ ਸੀਸ ਉਹਨਾਂ ਦੇ ਚਰਨਾਂ 'ਚ ਝੁਕੇਗਾ, ਤੇਰੇ ਅੱਗੇ ਨਹੀਂ ਝੁਕ ਸਕਦਾ। ਕਹਿੰਦਾ ਜੇ ਝੁਕੇਗਾ ਨਹੀਂ ਤੇ ਮੈਨੂੰ ਕੱਟਣਾ ਆਉਂਦਾ, ਮੈਂ ਕੱਟ ਦਿਆਂਗਾ ਤੁਹਾਡੇ ਸਿਰ। ਤੇ ਧੌਣ ਅਕੜਾ ਕੇ ਕਹਿੰਦੇ ਆ ਦੇਰ ਕਿਉਂ ਲਾਉਣਾ, ਦੇਰ ਕਿਉਂ ਲਾਉਣਾ? ਅਸੀਂ ਤਿਆਰ ਹਾਂ। ਖੰਡੇ ਦੀ ਧਾਰ 'ਚੋਂ ਪੈਦਾ ਹੋਇਆਂ ਨੂੰ ਤਲਵਾਰ ਦੀ ਧਾਰ ਦਾ ਕੀ ਖੌਫ, ਕੀ ਡਰ? ਇਹ ਜਵਾਬ ਦਿੱਤਾ। ਸੁਣ ਸੁਣ ਕੇ ਹੈਰਾਨ ਹੋ ਰਿਹਾ ਸੂਬਾ ਸਰਹੰਦ ਕਿ 7 ਸਾਲ ਤੇ 9 ਸਾਲ ਦੇ ਬੱਚੇ ਸਾਡੇ ਵੀ ਨੇ ਸੰਸਾਰ ਵਿੱਚ। ਕਦੇ ਉਹਨਾਂ ਬੱਚਿਆਂ ਦੀ ਸਿਰਤੀ ਵੇਖੋ ਕਿ ਮਾੜਾ ਜਿਹਾ ਦਬਕਾ ਮਾਰੋ, ਜੋ ਮਰਜ਼ੀ ਕਰਾ ਲਓ, ਟੋਫੀ ਦਾ ਲਾਲਚ ਦਿਓ, ਚੋਕਲੇਟ ਦਾ ਲਾਲਚ ਦੇ ਦਿਓ, ਜੋ ਮਰਜ਼ੀ ਕਰਾ ਲਓ। ਇਹ ਕਲਗੀਧਰ ਦੇ ਫਰਜ਼ੰਦ ਨੇ ਗੁਰੂ ਖਾਲਸਾ ਜੀ, ਸਤਿਗੁਰਾਂ ਦੇ ਸੀਨੇ ਤੋਂ, ਗੁਰਦੇਵ ਦੇ ਤਨ ਤੋਂ ਪੈਦਾ ਹੋਏ ਨੇ। ਇਸ ਕਰਕੇ ਸਧਾਰਨ ਬਾਲਕ ਨਹੀਂ ਹਨ ਇਹ, ਕੋਈ ਸਧਾਰਨ ਬੱਚੇ ਨਹੀਂ। ਤਦੇ ਅਸੀਂ ਉਹਨਾਂ ਨੂੰ ਬਾਬਾ ਕਹਿ ਕੇ ਸੰਬੋਧਨ ਕਰਦੇ ਹਾਂ, ਸਾਡੇ ਬਾਬੇ ਨੇ। ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਾਡੇ ਬਾਬੇ ਨੇ। ਜਿਸ ਵਕਤ ਲਾਲਚ ਦਿੱਤੇ ਜਾ ਰਹੇ, ਤਸੀਹੇ ਦੇਣ ਦੀ ਤਿਆਰੀ ਹੋ ਰਹੀ, ਸੁੱਚਾ ਆਨੰਦ ਕੋਲੋਂ ਕਹਿੰਦਾ ਜੀ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਨੇ, ਸੱਪ ਦੇ ਸਪੋਲੀਏ ਨੇ। ਸੂਬਾ ਸਰਹੰਦ ਕਹਿਣ ਲੱਗਾ, ਬੱਚਿਓ ਜੇ ਮੈਂ ਤੁਹਾਨੂੰ ਛੱਡ ਦਿਆਂ ਤਾਂ ਤੁਸੀਂ ਕੀ ਕਰੋਗੇ? ਬਾਬਾ ਜੋਰਾਵਰ ਸਿੰਘ ਜੀ ਕਹਿਣ ਲੱਗੇ, ਸੂਬਾ ਸਰਹੰਦ ਪਹਿਲੀ ਗੱਲ ਤੇ ਤੂੰ ਸਾਨੂੰ ਛੱਡਣਾ ਨਹੀਂ, ਸਾਨੂੰ ਪਤਾ। ਤੂੰ ਸਾਨੂੰ ਛੱਡਣਾ ਨਹੀਂ, ਇਹ ਸਾਨੂੰ ਪਤਾ। ਪਰ ਚਲੋ ਜੇ ਤੂੰ ਕਹਿਣਾ ਤੇ 1% ਯਕੀਨ ਕਰ ਲੈਨੇ ਆ ਵੀ ਤੂੰ ਛੱਡੇਂਗਾ। ਤੇਰੇ ਕੋਲੋਂ ਛੁੱਟ ਕੇ ਅਸੀਂ ਜਾਵਾਂਗੇ, ਸਾਡੇ ਪਿਤਾ ਜੀ ਦੀ ਜਿਹੜੀ ਫੌਜ ਹੈ ਖਿੰਡੀ ਹੋਈ, ਉਹਨੂੰ ਇਕੱਠਾ ਕਰਾਂਗੇ, ਨਵੀਂ ਫੌਜ ਭਰਤੀ ਕਰਾਂਗੇ ਤੇ ਸਭ ਨੂੰ ਇਕੱਠਿਆਂ ਕਰਕੇ ਮੁੜ ਕੇ ਫੇਰ ਜੰਗ ਦਾ ਬਿਗਲ ਵਜਾਵਾਂਗੇ ਤੁਹਾਡੇ ਖਿਲਾਫ ਤੇ ਲੜਾਂਗੇ। ਵੇਖੋ ਗੁਰੂ ਕੇ ਲਾਲਾਂ ਦੀ ਬਿਰਤੀ, ਕਹਿੰਦੇ ਫਿਰ ਜੰਗ ਦਾ ਬਿਗਲ ਵਜਾਵਾਂਗੇ, ਨਗਾਰੇ ਵਜਾਵਾਂਗੇ ਤੇ ਲੜਾਂਗੇ, ਤੁਹਾਡੇ ਨਾਲ ਮੁਕਾਬਲਾ ਕਰਾਂਗੇ। ਉਹ ਬੜਾ ਹੈਰਾਨ ਹੋਇਆ ਤੇ ਕਹਿੰਦਾ ਚਲੋ ਜੇ ਜੰਗ ਲੜਦਿਆਂ ਫੇਰ ਹਾਰ ਗਏ ਤੁਸੀਂ ਤੇ ਮੈਂ ਤੁਹਾਨੂੰ ਫੜ ਲਿਆ, ਫੜ ਕੇ ਲੈ ਆਵਾਂਗਾ ਤੇ ਫੇਰ ਛੱਡ ਦਿਆਂ ਤੇ ਫਿਰ ਕੀ ਕਰੋਗੇ? ਸਾਹਿਬਜ਼ਾਦੇ ਕਹਿੰਦੇ ਵੀ ਜੰਗ ਦੇ ਮੈਦਾਨ ਵਿੱਚ ਜੇ ਤੂੰ ਸਾਡੇ ਨਾਲ ਲੜੇਗਾ, ਪਹਿਲੀ ਗੱਲ ਤਾਂ ਤੂੰ ਸਾਨੂੰ ਪਕੜ ਨਹੀਂ ਸਕੇਗਾ, ਜੰਗ ਹੈ ਉੱਥੇ, ਪਕੜ ਨਹੀਂ ਸਕੇਗਾ। ਚਲੋ ਜੇ ਪਕੜ ਕੇ ਲੈ ਆਇਆ ਤੇ ਫਿਰ ਛੱਡ ਦੇਗਾ, ਅਸੀਂ ਫਿਰ ਜਾਵਾਂਗੇ, ਫਿਰ ਫੌਜਾਂ ਤਿਆਰ ਕਰਾਂਗੇ, ਫਿਰ ਲੜਾਂਗੇ।
ਔਰ ਇਹ ਸਿਲਸਿਲਾ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ 700 ਸਾਲ ਦੀਆਂ ਗੁਲਾਮੀ ਦੀਆਂ ਜੰਜੀਰਾਂ ਭਾਰਤ ਖੰਡ ਦੇ ਗਲੇ ਤੋਂ ਟੁੱਟ ਨਹੀਂ ਜਾਂਦੀਆਂ। ਤੁਹਾਡੇ ਰਾਜ ਭਾਗ ਦੀਆਂ ਜੜ੍ਹਾਂ ਪੁੱਟ ਕੇ ਖਾਰੇ ਸਮੁੰਦਰ 'ਚ ਨਹੀਂ ਸੁੱਟ ਦਿੰਦੇ। ਇਹ ਜੰਗ ਉਦੋਂ ਤੱਕ ਚੱਲਦੇ ਰਹਿਣਗੇ। ਕਹਿੰਦਾ ਵੇਖੋ ਤੋਬਾ ਖੁਦਾ, ਜੰਮਦੀਆਂ ਸੂਲਾਂ ਦੇ ਮੂੰਹ ਇੰਨੇ ਤਿੱਖੇ, ਇਹ ਮਿੱਧ ਦੇਣੀਆਂ ਚਾਹੀਦੀਆਂ ਨੇ। ਇਹ ਸੱਪ ਦੇ ਸਪੋਲੀਏ ਨੇ ਸੁੱਚਾ ਆਨੰਦ ਕਹਿੰਦਾ, ਇਹਨਾਂ ਦੀਆਂ ਸਿਰੀਆਂ ਮਿੱਧ ਦੇਣੀਆਂ ਚਾਹੀਦੀਆਂ ਨੇ, ਨਹੀਂ ਤਾਂ ਆਪਣੇ ਪਿਤਾ ਵਾਂਗੂ ਇਹ ਵੀ ਫਤੂਰ ਪਾਉਣਗੇ। ਧੰਨ ਗੁਰੂ ਕੇ ਲਾਲ ਨਿਸ਼ਚੇ ਕਰਕੇ ਅਡੋਲ ਖੜੇ ਨੇ, ਡੋਲੇ ਨਹੀਂ, ਲਾਲਚ ਦਿੱਤੇ ਗਏ। ਇੱਥੋਂ ਤੱਕ ਕਿਹਾ ਗਿਆ ਕਿ ਤੁਹਾਡੀ ਪਰਵਰਿਸ਼ ਵਧੀਆ ਢੰਗ ਨਾਲ ਕਰਾਂਗੇ, ਨਵਾਬੀਆਂ ਦਿਆਂਗੇ, ਵੱਡਿਆਂ ਵੱਡਿਆਂ ਨਵਾਬਾਂ ਦੀਆਂ ਲੜਕੀਆਂ ਤੁਹਾਨੂੰ ਵਿਆਹਾਂਗੇ, ਤੁਹਾਨੂੰ ਚੰਗੀ ਵਿੱਦਿਆ ਤਾਲੀਮ ਹਾਸਲ ਕਰਵਾਵਾਂਗੇ। ਬੜੇ ਲਾਲਚ ਦਿੱਤੇ ਗਏ, ਪਰ ਧੰਨ ਗੁਰੂ ਕੇ ਲਾਲ ਜਿਹੜੇ ਅਡੋਲ ਰਹੇ, ਜਦੋਂ ਲਾਲਚਾਂ ਨਾਲ ਨਾ ਮੰਨੇ, ਫਿਰ ਇਹਨਾਂ ਨੇ ਤਸੀਹੇ ਦੇਣੇ ਸ਼ੁਰੂ ਕੀਤੇ। ਤਸੀਹੇ ਕੀ ਦਿੰਦੇ ਐ? ਕਹਿੰਦੇ ਸਰੀਰ ਦੇ ਉੱਤੋਂ ਕੱਪੜੇ ਮੋਟੇ ਨਹੀਂ, ਠੰਡ ਇੰਨੀ ਕਿ ਸਾਹਿਬਜ਼ਾਦਿਆਂ ਦੇ ਕੋਮਲ ਜਿਹੇ ਬੁੱਲ੍ਹ ਜਿਹੜੇ ਨੇ ਉਹ ਨੀਲੇ ਹੋ ਗਏ ਨੇ ਠੰਡ ਨਾਲ, ਹੱਥ ਪੈਰ ਸੁੰਨ ਹੋ ਗਏ ਨੇ, ਤੇ ਸਰੀਰ ਦੇ ਉੱਤੇ ਤੂਤ ਦੀਆਂ ਛੜੀਆਂ ਲੈ ਕੇ ਉਹਨਾਂ ਛੜੀਆਂ ਨਾਲ ਮਾਰਦੇ ਆ ਤੇ ਸਰੀਰ ਦੀ ਚਮੜੀ ਉਧੇੜਦੇ ਆ। ਲਾਸ਼ਾਂ ਪੈ ਗਈਆਂ ਨੇ ਤਨ ਤੇ ਸਾਹਿਬਜ਼ਾਦਿਆਂ ਦੇ, ਔਰ ਸੁਲਾਖਾਂ ਗਰਮ ਕਰਕੇ ਸਾਹਿਬਜ਼ਾਦਿਆਂ ਦੇ ਤਨ ਤੇ ਲਾਈਆਂ ਜਾਂਦੀਆਂ। ਪੈਰਾਂ ਦੀਆਂ ਉਂਗਲਾਂ ਦੇ ਵਿੱਚ ਬਰੂਦ ਭਰ ਕੇ ਉਹਨਾਂ ਨੂੰ ਅੱਗ ਲਾ ਕੇ ਸਾੜਿਆ ਜਾ ਰਿਹਾ ਹੈ। ਪਰ ਧੰਨ ਗੁਰੂ ਕੇ ਲਾਲ ਜਿਨ੍ਹਾਂ ਆਪਣੀ ਰਸਨਾ ਤੋਂ ਸੀ ਨਹੀਂ ਉਚਾਰੀ, ਉਹਨਾਂ ਦੀ ਸਿਮਰਤੀ ਵਿੱਚ ਕਲਗੀਧਰ ਦੇ ਉਚਾਰਨ ਕੀਤੇ ਅੰਮ੍ਰਿਤ ਬਚਨ ਨੇ ਕਿ ਜੋ 9ਵੇਂ ਪਾਤਸ਼ਾਹ ਜੀ ਦੇ ਬਾਬਤ ਲਿਖੇ ਨੇ, ਸੀਸ ਦੀਆ ਪਰ ਸੀ ਨਾ ਉਚਰੀ। ਸੀਸ ਦੇ ਦਿੱਤਾ ਪਰ ਆਪਣੇ ਮੁਖੋਂ ਸੀ ਨਹੀਂ ਉਚਾਰੀ। ਧਰਮ ਹੇਤ ਸਾਕਾ ਜਨ ਕੀਆ, ਸੀਸ ਦੀਆ ਪਰ ਸਿਰ ਨ ਦੀਆ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਇਹ ਬਚਨ ਚੇਤੇ ਨੇ ਸਾਹਿਬਜ਼ਾਦਿਆਂ ਨੇ, ਅਡੋਲ। ਖਾਲਸਾ ਜੀ ਉਹਨਾਂ ਦੇ ਵਾਰਸ ਹਾਂ ਆਪਾਂ। ਅੱਜ ਲਾਲਚ ਜਿਹਾ ਦੇ ਕੇ ਨਾ ਜੀ, ਆਓ ਜੀ ਤੁਹਾਡੇ ਬੱਚਿਆਂ ਨੂੰ ਕੌਨਵੈਂਟ ਸਕੂਲ 'ਚ ਪੜ੍ਹਾਵਾਂਗੇ, ਆਓ ਜੀ ਤੁਸੀਂ ਆਓਗੇ ਸਾਡੇ ਕੋਲ, ਤੁਹਾਡੀ ਪ੍ਰੇ ਕਰਾਂਗੇ, ਪ੍ਰੇਰ ਕਰਾਂਗੇ, ਦੁਆ ਕਰਾਂਗੇ, ਤੁਹਾਡਾ ਦੁੱਖ ਦੂਰ ਹੋਵੇਗਾ। ਅੱਜ ਪੰਜਾਬ 'ਚ ਇਹ ਕੰਮ ਚੱਲ ਰਿਹਾ, ਔਰ ਲੋਕ ਇਹੋ ਜਿਹੇ ਲਾਲਚਾਂ ਦੇ ਵਸ ਹੋ ਕੇ ਸਿੱਖ ਧਰਮ ਦਾ ਤਿਆਗ ਕਰਕੇ ਆਪਣਾ ਧਰਮ ਬਦਲ ਕੇ ਉਸ ਪਾਸੇ ਵੱਧ ਰਹੇ ਨੇ। ਉਧਰ ਵੀ ਗਏ ਵੀ ਇਹਨਾਂ ਨੂੰ ਧਰਮੀ ਨਾ ਸਮਝੋ ਵੀ ਉਧਰ ਚਲੇ ਗਏ। ਜਿਹੜਾ ਲਾਲਚ ਵਸ ਹੋ ਕੇ ਧਰਮੀ ਬਣੇਗਾ ਦੂਜੇ ਪਾਸੇ, ਕੱਲ੍ਹ ਨੂੰ ਕੋਈ ਵੱਧ ਲਾਲਚ ਦੇ ਦੇਗਾ, ਉਧਰ ਚਲੇ ਜਾਣਗੇ। ਇਹੋ ਜਿਹਾ ਦਾ ਕੋਈ ਧਰਮ ਹੁੰਦਾ ਹੀ ਨਹੀਂ। ਕੱਲ੍ਹ ਨੂੰ ਕੋਈ ਦੂਜਾ ਵੱਧ ਲਾਲਚ ਦੇਗਾ, ਉਧਰਲੇ ਪਾਸੇ ਚੱਲ ਪੈਣਗੇ। ਜਿਹੜਾ ਗੁਰੂ ਕਾ ਸਿੱਖ ਹੈ ਨਾ, ਉਹ ਭਾਵੇਂ ਕੱਚੀਆਂ ਛੱਤਾਂ ਥੱਲੇ ਰਹਿੰਦਾ ਹੋਵੇ ਤਾਂ ਵੀ ਗੁਰੂ ਕੀ ਸਿੱਖੀ ਨੂੰ ਆਪਣੇ ਹਿਰਦੇ 'ਚ ਪਾਲਦਾ ਹੈ। ਉਹਨੂੰ ਯਾਦ ਹੈ ਸਾਹਿਬਜ਼ਾਦਿਆਂ ਦੀ ਕੁਰਬਾਨੀ। ਡਿਗੈ ਨਾ ਡੋਲੈ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਉਹ ਨਾ ਡਿੱਗਦਾ ਹੈ ਨਾ ਡੋਲਦਾ ਹੈ, ਆਪਣੇ ਹਿਰਦੇ 'ਚ ਅਡੋਲ ਰਹਿੰਦਾ ਨਿਸ਼ਚਾ ਕਰਕੇ ਗੁਰੂ ਸਾਹਿਬ ਤੇ। ਅਨੇਕਾਂ ਤਸੀਹੇ ਦਿੱਤੇ ਗਏ ਨੇ, ਠੰਡੇ ਬੁਰਜ ਵਿੱਚ ਰੱਖਿਆ ਗਿਆ। ਧੰਨ ਗੁਰੂ ਕੇ ਲਾਲ ਜਿਨ੍ਹਾਂ ਆਪਣੇ ਮੁਖੋਂ ਸੀ ਨਹੀਂ ਉਚਾਰੀ। ਅਖੀਰ ਨੀਹਾਂ ਵਿੱਚ ਚਿਣਨ ਦਾ ਹੁਕਮ ਕੀਤਾ ਗਿਆ। ਨੀਹਾਂ ਵਿੱਚ ਚਿਣਿਆ ਜਾ ਰਿਹਾ ਹੈ। ਜਿਸ ਵਕਤ
ਨੀਹਾਂ ਦੀ ਚਣਾਈ ਗੋਡਿਆਂ ਤੱਕ ਪਹੁੰਚੀ ਹੈ। ਮਲੇਛਾਂ ਨੇ ਇੱਟ ਭੰਨਣ ਦੀ ਬਜਾਏ ਸਾਹਿਬਜ਼ਾਦਿਆਂ ਦੀਆਂ ਗੋਡਿਆਂ ਦੀਆਂ ਚੱਪਣੀਆਂ ਤੇਸੀ ਦੇ ਨਾਲ ਛਾਂਗ ਕੇ ਵੱਖਰੀਆਂ ਕੀਤੀਆਂ। ਤੇ ਬਾਬਾ ਫਤਿਹ ਸਿੰਘ ਜੀ ਮੁਸਕਰਾ ਕੇ ਕਹਿੰਦੇ, ਚੰਗਾ ਕੀਤਾ, ਇੱਟ ਟੁੱਟੀ ਨਹੀਂ ਲਾਈ, ਇਹ ਸਿੱਖੀ ਦਾ ਮਹਿਲ ਉਸਰ ਰਿਹਾ, ਇਹਨੂੰ ਟੁੱਟੀ ਇੱਟ ਲੱਗਣੀ ਵੀ ਨਹੀਂ ਸੀ ਚਾਹੀਦੀ। ਆਖਿਆ ਸਾਡੇ ਸਰੀਰ ਦੀਆਂ ਮਾਸ ਦੀਆਂ ਬੋਟੀਆਂ ਲੈ ਕੇ ਪੰਛੀ ਗਿੱਧਾਂ ਜਿੰਨਾ ਉੱਚੀਆਂ ਉੱਡਣਗੀਆਂ ਨਾ ਆਕਾਸ਼ ਵਿੱਚ, ਓਨੇ ਹੀ ਗੁਰੂ ਪੰਥ ਦੇ ਨਿਸ਼ਾਨ ਉੱਚੇ ਹੋ ਕੇ ਸੰਸਾਰ 'ਚ ਝੂਲਣਗੇ। ਨੀਹਾਂ ਚਿਣਦਿਆਂ ਚਿਣਦਿਆਂ ਜਿਸ ਵਕਤ ਸਿਰਾਂ ਤੱਕ ਨੀਹਾਂ ਆਈਆਂ, ਸਾਹਿਬਜ਼ਾਦੇ ਬੇਹੋਸ਼ ਹੋ ਗਏ, ਨੀਹਾਂ ਫਟ ਗਈਆਂ, ਸਰੀਰ ਜ਼ਮੀਨ 'ਤੇ ਪਏ ਨੇ ਡਿੱਗੇ। ਫਿਰ ਹੋਸ਼ 'ਚ ਲਿਆਂਦਾ, ਹੱਥ ਪੈਰ ਤਲੀਆਂ ਝੱਸ ਕੇ ਵੀ ਠੰਡ ਕਰਕੇ ਹੋਸ਼ ਵਿੱਚ ਲਿਆਂਦਾ ਸਾਹਿਬਜ਼ਾਦਿਆਂ ਨੂੰ। ਤੇ ਹੋਸ਼ 'ਚ ਲਿਆ ਕੇ ਕਹਿੰਦੇ ਆ, ਹਾਲੇ ਗੱਲ ਮੰਨਦੇ ਹੋ ਕਿ ਨਹੀਂ, ਇਸਲਾਮ ਕਬੂਲੋਗੇ ਕਿ ਨਹੀਂ? ਤਾਂ ਸਾਹਿਬਜ਼ਾਦਿਆਂ ਦਾ ਜਵਾਬ ਸੀ, ਹਮਰੇ ਬੰਸ ਰੀਤ ਯਹ ਆਈ, ਸੀਸ ਜਾਏ ਪਰ ਧਰਮ ਨ ਜਾਈ। ਸਾਡੇ ਬੰਸ ਵਿੱਚ ਤਾਂ ਇਹ ਮਰਿਆਦਾ ਚਲਦੀ ਆਈ ਹੈ, ਸਿਰ ਚਲਾ ਜਾਵੇ ਪਰ ਸਾਡਾ ਧਰਮ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਮੇਰਾ ਸਿੱਖੀ ਸਿਦਕ ਨਾ ਜਾਵੇ। ਮੇਰਾ ਸਿੱਖੀ ਸਿਦਕ ਨਾ ਜਾਵੇ। ਮੇਰਾ ਸਿੱਖੀ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਇਹ ਗੁਰਸਿੱਖ ਦੀ ਭਾਵਨਾ ਹੈ। ਸਾਹਿਬਜ਼ਾਦਿਆਂ ਜਵਾਬ ਦਿੱਤਾ, ਇਹ ਸਿਰ ਚਲਾ ਜਾਏ ਪਰ ਸਾਡਾ ਸਿੱਖੀ ਸਿਦਕ ਨਾ ਜਾਵੇ। ਸਮਾਣੇ ਦੇ ਦੋ ਜਲਾਦ ਸੀ ਰਹਿਣ ਵਾਲੇ, ਇੱਕ ਦਾ ਨਾਂ ਸੀ ਸ਼ਾਸ਼ਲ ਬੇਗ ਤੇ ਦੂਜੇ ਦਾ ਨਾਂ ਸੀ ਬਾਸ਼ਲ ਬੇਗ। ਇਹਨਾਂ ਦੋਵਾਂ ਜਲਾਦਾਂ ਨੂੰ ਹੁਕਮ ਹੋਇਆ, ਤੁਰਕਾਂ ਦੀ ਸਭਾ ਗਹਿ ਗੱਚ ਭਰੀ। ਵਜੀਦੇ ਪਾਪੀ ਨੇ ਪਹਿਲਾਂ ਮਲੇਰ ਕੋਟਲੇ ਦੇ ਨਵਾਬ ਨੂੰ ਕਿਹਾ ਕਿ ਤੇਰਾ ਭਤੀਜਾ ਤੇ ਭਰਾ ਗੁਰੂ ਨੇ ਮਾਰਿਆ, ਤੂੰ ਗੁਰੂ ਦੇ ਨਾਲ ਬੱਚਿਆਂ ਨੂੰ ਮਾਰ ਕੇ ਬਦਲਾ ਲੈ ਲੈ। ਪਰ ਉਹ ਮਰਦ ਦਾ ਬੱਚਾ ਸੀ, ਪਠਾਨ,
ਉਹਨੇ ਆਖਿਆ ਜੇ ਇਹਨਾਂ ਦੇ ਪਿਤਾ ਨੇ ਮਾਰਿਆ ਤੇ ਮੈਂ ਬਦਲਾ ਵੀ ਜੰਗ ਦੇ ਮੈਦਾਨ 'ਚ ਇਹਨਾਂ ਦੇ ਪਿਤਾ ਕੋਲੋਂ ਲਵਾਂਗਾ। ਇਹ ਸ਼ੀਰ ਖੋਰੇ ਬੱਚੇ ਜਿਹੜੇ ਹਾਲੇ ਜਿਨ੍ਹਾਂ ਦੇ ਦੁੱਧ ਦੇ ਦੰਦ ਨਹੀਂ ਟੁੱਟੇ, ਇਹਨਾਂ ਨੂੰ ਮਾਰ ਕੇ ਮੈਂ ਕਾਇਰਾਂ ਤੇ ਗੀਦੀਆਂ ਵਾਂਗੂ ਬਦਲਾ ਨਹੀਂ ਲੈਣਾ। ਉਹਨੇ ਹਾ ਦਾ ਨਾਅਰਾ ਮਾਰਿਆ, ਵਜੀਦਿਆ ਤੂੰ ਠੀਕ ਨਹੀਂ ਪਿਆ ਕਰਦਾ। ਜਿਹਨੇ ਹਾ ਦਾ ਨਾਅਰਾ ਮਾਰਿਆ ਉਹਦੀ ਜੜ ਰੱਖ ਲਈ ਮਹਾਰਾਜ ਜੀ ਨੇ ਪੰਜਾਬ 'ਚ। ਆ ਜਦੋਂ ਪੰਜਾਬ ਵੰਡਿਆ ਗਿਆ ਨਾ, ਹਿੰਦੁਸਤਾਨ ਨਹੀਂ ਵੰਡਿਆ ਗਿਆ, ਪੰਜਾਬ ਵੰਡਿਆ ਗਿਆ। ਜਦੋਂ ਪੰਜਾਬ ਵੰਡਿਆ ਗਿਆ ਤੇ ਉਸ ਵਕਤ ਕਿਤਨੀ ਕਤਲੋ ਗਾਰਤ ਹੋਈ, ਉੱਧਰ ਵੀ ਇੱਧਰ ਵੀ। ਪਰ ਮਲੇਰ ਕੋਟਲੇ 'ਚ ਰਹਿਣ ਵਾਲੇ ਮੁਸਲਿਮ ਭਾਈਚਾਰੇ ਦੇ ਲੋਕ ਜਿੰਨੇ ਵੀ ਹੁਣ ਵੀ ਰਹਿੰਦੇ ਹੈ ਹਜ਼ਾਰਾਂ ਦੀ ਗਿਣਤੀ 'ਚ, ਕਿਸੇ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਇਹ ਕਲਗੀਧਰ ਦੇ ਬਚਨਾਂ ਦਾ ਪ੍ਰਤਾਪ ਸੀ। ਖਾਲਸੇ ਨੇ ਇੱਕ ਦੋ ਵਾਰੀ ਤਿਆਰੀ ਕੀਤੀ ਮਲੇਰ ਕੋਟਲੇ 'ਤੇ ਹਮਲਾ ਕਰਨ ਦੀ, ਪਰ ਉਹ ਨਹੀਂ ਜਾ ਸਕੇ। ਵਿਧੀ ਇਹੋ ਜਿਹੀ ਬਣ ਜਾਂਦੀ। ਹਾਲਾਂਕਿ ਮਲੇਰ ਕੋਟਲੇ ਦੇ ਜਿਹੜੇ ਪਠਾਨ ਸੀ ਇਹ ਖਾਲਸੇ ਦੇ ਖਿਲਾਫ ਬਾਅਦ 'ਚ ਵੀ ਲੜਦੇ ਰਹੇ। ਅੱਗੇ ਫਰਵਰੀ ਮਹੀਨੇ 'ਚ ਵੱਡਾ ਘੱਲੂਘਾਰਾ ਆਉਣਾ, ਉਦੋਂ ਇਹਨਾਂ ਨੇ ਬਕਾਇਦਾ ਅਬਦਾਲੀ ਨਾਲ ਰਲ ਕੇ ਸਿੰਘਾਂ ਨੂੰ ਕਤਲ ਕੀਤਾ। ਪਰ ਖਾਲਸੇ ਨੇ ਮਲੇਰ ਕੋਟਲੇ 'ਤੇ ਹੱਲਾ ਨਹੀਂ ਬੋਲਿਆ। ਕਲਗੀਧਰ ਦੇ ਬਚਨਾਂ ਦਾ ਪ੍ਰਤਾਪ। ਸ਼ਾਸਲ ਬੇਗ ਤੇ ਬਾਸ਼ਲ ਬੇਗ, ਇਹ ਸਾਹਿਬਜ਼ਾਦਿਆਂ ਦੀ ਛਾਤੀ 'ਤੇ ਗੋਡਾ ਧਰ ਕੇ ਇਹਨਾਂ ਦੇ ਹੱਥਾਂ ਵਿੱਚ ਫੜੇ ਜਿਹੜੇ ਛੋਟੇ ਖੰਜਰ ਹੁੰਦੇ ਐ, ਉਹਨਾਂ ਨਾਲ ਸਾਹਿਬਜ਼ਾਦਿਆਂ ਦੀ ਗਰਦਨ ਦੇ ਉੱਤੇ ਖੰਜਰ ਚਲਾ ਕੇ ਸਾਹਿਬਜ਼ਾਦਿਆਂ ਨੂੰ ਦੋਨਾਂ ਨੂੰ ਸ਼ਹੀਦ ਕੀਤਾ। ਬਾਬਾ ਜ਼ੋਰਾਵਰ ਸਿੰਘ ਜੀ ਦਾ ਸਰੀਰ ਕੁਝ ਸਮੇਂ ਲਈ ਬਾਅਦ ਹੀ ਸ਼ਾਂਤ ਹੋ ਗਿਆ, ਪਰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਸਰੀਰ ਤਕਰੀਬਨ ਅੱਧੀ ਘੜੀ ਤੱਕ ਤੜਫਦਾ ਰਿਹਾ। ਅੱਧੀ ਘੜੀ ਤੋਂ ਬਾਅਦ ਜਾ ਕੇ ਸ਼ਾਂਤ ਹੋਇਆ। ਇਸ ਤਰ੍ਹਾਂ ਸਾਹਿਬਜ਼ਾਦੇ ਜਦੋਂ ਸ਼ਹੀਦੀ ਪਾ ਗਏ, ਉਧਰ ਸਤਿਕਾਰਯੋਗ ਮਾਤਾ ਗੁਜਰੀ ਜੀ ਨੇ ਵੀ ਆਪਣਾ ਸਰੀਰ ਤਿਆਗ ਦਿੱਤਾ। ਸਾਹਿਬਜ਼ਾਦਿਆਂ ਦੇ ਸਰੀਰ ਇਹਨਾਂ ਨੇ ਠੰਡੇ ਬੁਰਜ ਦੇ ਨੇੜੇ ਹੀ ਥੱਲੇ ਜਿਹੜਾ ਨਾਲਾ ਵਗਦਾ ਹੈ ਫਤਿਹਗੜ੍ਹ ਸਾਹਿਬ, ਤੇ ਨਾਲ ਹੀ ਸੱਜੇ ਪਾਸੇ ਦਰਿਆ ਦੇ ਕੰਢੇ ਸੁੱਟ ਦਿੱਤੇ, ਨਦੀ ਦੇ ਕੰਢੇ, ਕਿ ਆਪੇ ਜਾਨਵਰ ਆਉਣਗੇ। ਸ਼ੇਰ ਫਿਰਦੇ ਸੀ ਉੱਥੇ। ਮਾਤਾ ਜੀ ਦਾ ਸਰੀਰ ਵੀ ਕੋਈ ਵਾਰਸ ਨਹੀਂ ਆਇਆ ਸਾਂਭਣ ਵਾਸਤੇ। ਰਾਤ ਨੂੰ ਬੱਬਰ ਸ਼ੇਰ ਉਹਨਾਂ ਸਰੀਰਾਂ ਦਾ ਪਹਿਰਾ ਦਿੰਦਾ ਰਿਹਾ। ਉੱਥੇ ਅੱਜ ਕੱਲ੍ਹ ਅਸਥਾਨ ਹੈ ਗੁਰਦੁਆਰਾ ਬਿਬਾਨਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ ਦੇ ਨਾਲ ਹੀ ਤੁਸੀਂ ਦਰਸ਼ਨ ਕਰਦੇ ਹੋ ਨਾ, ਅਤੇ ਉਹ ਬਿਬਾਨਗੜ੍ਹ ਸਾਹਿਬ, ਉੱਥੇ ਸਰੀਰ। ਅਗਲੇ ਦਿਨ ਦੀਵਾਨ ਟੋਡਰਮੱਲ ਆਇਆ, ਉਹ ਕਿਤੇ ਬਾਹਰ ਗਿਆ ਹੋਇਆ ਸੀ। ਆ ਕੇ ਉਹਨੇ ਪਹਿਲਾਂ ਜ਼ਮੀਨ ਖਰੀਦੀ ਵੀ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨਾ। ਗੁਰਦੁਆਰਾ ਜੋਤੀ ਸਰੂਪ ਵਾਲੀ ਜਗ੍ਹਾ ਸੋਨੇ ਦੀਆਂ ਸ਼ਰਫੀਆਂ ਉਹ ਖੜੀਆਂ ਕਰਕੇ ਉਹ ਜਗ੍ਹਾ ਮੁੱਲ ਖਰੀਦੀ, ਔਰ ਸਾਹਿਬਜ਼ਾਦਿਆਂ ਦੇ ਔਰ ਮਾਤਾ ਜੀ ਦੇ ਪਾਵਨ ਸਰੀਰਾਂ ਦਾ ਅੰਤਮ ਸੰਸਕਾਰ ਦੀਵਾਨ ਟੋਡਰਮੱਲ ਜੀ ਹੋਣਾ ਨੇ ਕੀਤਾ। ਖਾਲਸਾ ਜੀ, ਕੋਈ ਸੰਸਾਰ ਦੇ ਵਿੱਚ ਰਾਜ ਸੱਤਾ 'ਤੇ ਬੈਠਾ ਵਿਅਕਤੀ ਮਰਦਾ ਹੈ, ਲੱਖਾਂ ਲੋਕ, ਹਜ਼ਾਰਾਂ ਲੋਕ ਉਦੋਂ ਪਹੁੰਚ ਜਾਂਦੇ ਹੈ। ਸਾਲ ਬਾਅਦ ਜਦੋਂ ਉਹਨਾਂ ਦੀ ਬਰਸੀ ਮਨਾਉਂਦੇ ਨੇ ਤੇ ਅੱਧੇ ਰਹਿ ਜਾਂਦੇ ਹੈ। ਤੀਜੇ ਸਾਲ ਜਦੋਂ ਬਰਸੀ ਮਨਾਈ ਜਾਂਦੀ ਹੋਰ ਘਟ ਜਾਂਦੇ ਹੈ। ਚੌਥੇ ਪੰਜਵੇਂ ਸਾਲ ਉਹਨਾਂ ਨੂੰ ਬੱਸਾਂ ਭੇਜ ਭੇਜ ਕੇ ਲੋਕ ਬੁਲਾਉਣੇ ਪੈਂਦੇ ਹੈ। ਸਾਹਿਬਜ਼ਾਦਿਆਂ ਦੇ ਸੰਸਕਾਰ ਸਮੇਂ ਕੇਵਲ ਦੀਵਾਨ ਟੋਡਰਮੱਲ ਜੀ ਤੇ ਉਹਨਾਂ ਦਾ ਪਰਿਵਾਰ ਇੱਕ ਦੋ ਸਿੱਖ ਹੋਣਗੇ। ਐਡੀ ਵੱਡੀ ਮਹਾਨ ਹਸਤੀ ਸਾਹਿਬਜ਼ਾਦਿਆਂ ਦਾ ਸੰਸਕਾਰ ਹੈ, ਕੇਵਲ 5-4 ਵਿਅਕਤੀ ਸਨ। ਪਰ ਜਿਵੇਂ ਜਿਵੇਂ ਸਾਲ ਬੀਤ ਰਹੇ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ, ਤਿਵੇਂ ਤਿਵੇਂ ਹਜ਼ਾਰਾਂ ਨਹੀਂ, ਲੱਖਾਂ ਨਹੀਂ, ਕਰੋੜਾਂ ਦੀ ਗਿਣਤੀ ਵਿੱਚ ਸੰਗਤਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਫਤਿਹਗੜ੍ਹ ਸਾਹਿਬ ਜੋਤੀ ਸਰੂਪ ਸਾਹਿਬ ਆ ਕੇ ਹਾਜ਼ਰੀ ਭਰਦੀਆਂ ਨੇ, ਔਰ ਉਹਨਾਂ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦੀਆਂ ਹਨ। ਮੈਥਿਲੀ ਸ਼ਰਨ ਗੁਪਤ ਲਿਖਦਾ ਹੈ,
ਉਹ ਕਹਿੰਦਾ ਜਿਸ ਕੁਲ ਜਾਤੀ ਦੇਸ਼ ਕੇ ਬੱਚੇ, ਜਿਸ ਕੁਲ ਜਾਤੀ देश के बच्चे दे सकते हैं एवं बलिदान, उनका वर्तमान चाहे कुछ भी हो, भविष्य होगा महामहान। जिस कुल दे, जिस जाति दे, जिस देश दे बच्चे इस तरह 7 साल ते 9 साल ਦੀ ਉਮਰ 'ਚ ਸ਼ਹੀਦੀ ਦੇ ਸਕਦੇ ਹਨ, ਉਹਨਾਂ ਦਾ ਵਰਤਮਾਨ ਚਾਹੇ ਕੁਝ ਵੀ ਹੋਵੇ, ਉਹਨਾਂ ਕੌਮਾਂ ਦਾ, ਉਹਨਾਂ ਦੇਸ਼ਾਂ ਦਾ, ਉਹਨਾਂ ਬੱਚਿਆਂ ਦਾ, ਪਰ ਉਹਨਾਂ ਕੌਮਾਂ, ਉਹਨਾਂ ਦੇਸ਼ਾਂ ਤੇ ਉਹਨਾਂ ਜਾਤੀਆਂ ਦਾ ਭਵਿੱਖ ਬੜਾ ਉਜਵਲ ਤੇ ਮਹਾਨ ਹੁੰਦਾ ਹੈ ਜਿਸ ਕੁਲ ਦੇ ਵਿੱਚ, ਜਿਸ ਜਾਤੀ 'ਚ ਬੱਚੇ ਇਸ ਤਰ੍ਹਾਂ ਬਲਿਦਾਨ ਦਿੰਦੇ ਹੈ। ਸਾਹਿਬਜ਼ਾਦਿਆਂ ਦਾ ਵਰਤਮਾਨ ਚਾਹੇ ਕੁਝ ਸੀ, ਉਹਨਾਂ ਨੇ ਨੀਹਾਂ 'ਚ ਚਿਣੇ ਹੋਏ ਨੇ। ਕੌਮ ਦਾ, ਦੇਸ਼ ਦਾ ਜੋ ਹਾਲਾਤ ਸੀ ਉਹ ਕੁਝ ਹੋਵੇ। ਅੱਜ ਜੋ ਇਸ ਦੇਸ਼ ਦੇ ਹਾਲਾਤ ਨੇ, ਅੱਜ ਜੋ ਗੁਰੂ ਪੰਥ ਦੀ ਹਾਲਾਤ, ਭਵਿੱਖ ਸੁਨਹਿਰਾ ਹੈ। ਅੱਜ ਸਾਨੂੰ ਸਰਦਾਰ ਜੀ ਕਹਿ ਕੇ ਸੰਬੋਧਨ ਕੀਤਾ ਜਾਂਦਾ, ਸਮਾਜ 'ਚ ਸਤਿਕਾਰ ਮਿਲਦਾ ਹੈ, ਤਾਂ ਇਹ ਉਹਨਾਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਕਰਕੇ ਹੈ, ਉਹਨਾਂ ਦੀ ਸ਼ਹਾਦਤ ਕਰਕੇ ਹੈ। ਧੰਨ ਗੁਰੂ ਕੇ ਲਾਲ, ਉਹਨਾਂ ਦੀ ਸ਼ਹਾਦਤ, ਉਹਨਾਂ ਸ਼ਹਾਦਤਾਂ ਨੂੰ ਕੋਟੀ ਕੋਟੀ ਪ੍ਰਣਾਮ ਹੈ। ਭਾਵੇਂ ਕਿ ਅੱਜ ਦਾ ਦਿਨ ਮਹਾਂਪੁਰਸ਼ਾਂ ਦਾ, ਸੰਤ ਗਿਆਨੀ ਨਿਰੰਜਨ ਸਿੰਘ ਜੀ ਸ਼੍ਰੋਮਣੀ ਕਥਾਕਾਰ, ਸ਼੍ਰੋਮਣੀ ਸੰਤ ਸਕਾਲਰ, ਉਹਨਾਂ ਦਾ ਜਨਮ ਦਿਨ ਹੈ, ਪਰ ਮੈਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਾਕੇ ਦੀ ਕਥਾ ਆਪ ਜੀ ਨਾਲ ਸਾਂਝੀ ਕੀਤੀ ਹੈ। ਮਹਾਂਪੁਰਸ਼ਾਂ ਨੂੰ ਵੀ ਨਮਸਕਾਰ ਹੈ, ਜਿਨ੍ਹਾਂ ਨੇ ਆਪਣੇ ਜੀਵਨ ਦੇ 5 ਦਹਾਕਿਆਂ ਤੋਂ ਵੱਧ ਸਮਾਂ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਕਥਾ ਕਰਕੇ ਗੁਰੂ ਕੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਜਿੱਥੇ ਕਥਾਕਾਰ ਸਨ, ਉੱਥੇ ਸੰਤ ਬਿਰਤੀ ਧਾਰਨ ਕਰਕੇ ਚੰਗੇ ਸਾਧਕ ਸਨ। ਬਹੁਤ ਸਾਰੇ ਸਤਸੰਗੀਆਂ ਨੇ ਉਹਨਾਂ ਦੀ ਸੰਗਤ ਮਾਣੀ ਹੈ। ਦਾਸ ਤਾਂ ਦਰਸ਼ਨ ਨਹੀਂ ਕਰ ਸਕਿਆ, ਪਰ ਉਹਨਾਂ ਦੀ ਸੰਗਤ ਕਰਨ ਵਾਲੇ ਗੁਰਮੁਖਾਂ ਦੀ ਸੰਗਤ ਕੀਤੀ ਹੈ। ਔਰ ਉਹ ਦੱਸਦੇ ਨੇ, ਮਹਾਂਪੁਰਸ਼ ਕੈਸੀ ਤਤਵ ਵੇਤਾ ਬਿਰਤੀ ਦੇ ਧਾਰਨੀ, ਬਾਣੀ ਔਰ ਬਾਣੇ ਦੇ ਰਸੀਏ ਸਨ। ਬਾਣੀ ਵਿੱਚੋਂ ਕੀਮਤੀ ਰਤਨ ਜਵਾਹਰ ਲਾਲ ਪ੍ਰਗਟ ਕਰਕੇ ਸੰਗਤਾਂ ਨੂੰ ਵਰਤਾਉਂਦੇ, ਔਰ ਗੁਰਬਾਣੀ ਸੱਚੇ ਪਾਤਸ਼ਾਹ ਦੀ ਬਾਣੀ ਦਾ ਮਹੱਤਵ ਉਹ ਸੰਗਤ ਨੂੰ ਦਰਸਾਉਂਦੇ। ਇਹੋ ਜਿਹੇ ਮਹਾਂਪੁਰਸ਼ਾਂ ਨੂੰ ਵੀ ਨਮਸਕਾਰ। ਨਮਸਕਾਰ ਸਾਰੀਆਂ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ। ਕੋਟਾਨ ਕੋਟ ਸ਼ੁਕਰ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਧੰਨਵਾਦ ਆਪ ਸਾਰੀਆਂ ਸੰਗਤਾਂ ਦਾ। ਇਸ ਸਥਾਨ 'ਤੇ ਮਹਾਂਪੁਰਸ਼ ਸੰਤ ਬਾਬਾ ਮਹਿੰਦਰ ਪ੍ਰਤਾਪ ਸਿੰਘ ਜੀ, ਉਹਨਾਂ ਦਾ ਧੰਨਵਾਦ। ਭਾਈ ਕੁਲਦੀਪ ਸਿੰਘ ਹੋਣਾ ਦਾ, ਔਰ ਰਾਗੀ ਸਿੰਘ ਜੀ, ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ, ਜਿਨ੍ਹਾਂ ਨੇ ਸਾਰੇ ਸਮਾਗਮਾਂ ਦੀ ਰੂਪ ਰੇਖਾ ਬਣਾਈ, ਉਹਨਾਂ ਦਾ ਵੀ ਧੰਨਵਾਦ। ਕੋਟਾਨ ਕੋਟ ਸ਼ੁਕਰ ਜਗਤ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ। ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले सोने